ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸ਼ੁਰੂਆਤ ਜਿਹੜੀ ਹੈ ਉਹ ਸੱਤਾਧਾਰੀ ਜਿਹੜੀ ਧਿਰ ਹੈ ਆਮ ਆਦਮੀ ਪਾਰਟੀ ਤੋਂ ਹੋ ਜਾਂਦੀ ਆ। ਸੁਭਾਵਕ ਹੈ ਕਿ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਉਹਨਾਂ ਨੇ ਤਕਰੀਬਨ 100 ਏਕੜ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ, ਉਹਨੂੰ ਵਾਹ ਕੇ ਤੇ ਉਹ ਕਿਸਾਨਾਂ ਨੂੰ ਜਿਹੜਾ ਫਸਲ ਉੱਥੋਂ ਜਿਹੜੀ ਹੈ ਕਿਸਾਨਾਂ ਦੀ ਫਸਲ ਜਿਹੜੀ ਆ ਉਹਦਾ ਮੁਆਵਜ਼ਾ ਵੀ ਦੇ ਦਿੱਤਾ ਗਿਆ 46,000 ਪ੍ਰਤੀ ਏਕੜ ਦੇ ਹਿਸਾਬ ਨਾਲ। ਪਰ ਉਹ ਪੈਸਾ ਜਿਹੜਾ ਪੰਜਾਬ ਦੇ ਖਜ਼ਾਨੇ ਵਿੱਚੋਂ ਜਾਣਾ, ਇਸ ਕਰਕੇ ਕਾਫੀ ਜਿਹੜੀ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਹੋ ਰਹੀ ਆ ਕਿ ਕਈ ਕਹਿ ਦਿੰਦੇ ਨੇ ਕਿ ਮੌਕਾ ਦੇ ਦੇਣਾ ਚਾਹੀਦਾ ਉਹਨਾਂ ਨੂੰ, ਥੋੜਾ ਜਿਹਾ ਹੋਰ 6 ਮਹੀਨੇ ਦੇਖ ਲੈਣਾ ਚਾਹੀਦਾ। ਪਰ ਜੇ ਅੱਜ ਹੀ ਇਸ ਤਰ੍ਹਾਂ ਦੀ ਸ਼ੁਰੂਆਤ ਹੈ, ਜਦੋਂ ਇੱਕ ਪਾਸੇ ਸਰਕਾਰ ਕੰਮ ਕਰ ਰਹੀ ਹੈ, ਐਮਐਲਏ ਜਾ ਕੇ ਛਾਪੇ ਮਾਰ ਰਹੇ ਨੇ, ਉਹ ਆਪਣਾ ਕੰਮ ਕਰ ਰਹੇ ਨੇ, ਤਾਂ ਫਿਰ ਇਸ ਦਾ ਮਤਲਬ ਇਹ ਹੈ ਕਿ ਸਰਕਾਰ ਰਨ ਦੇ ਵਿੱਚ ਆ ਤੇ ਇਹਨਾਂ ਦੇ ਉੱਤੇ ਸਵਾਲ ਜਿਹੜੇ ਚੁੱਕਣੇ। ਇੱਕ ਪਾਸੇ ਮੰਤਰੀਆਂ ਦੀ ਦੌੜ ਵੀ ਲੱਗੀ ਹੋਈ ਹੈ ਕਿ ਮੰਤਰੀ ਕਿਹਨੇ ਬਣਨਾ ਆ, ਉਹ ਆਪੋ ਆਪਣੇ ਤਰੀਕੇ ਦੇ ਨਾਲ ਹਾਈ ਕਮਾਂਡ ਤੱਕ ਪਹੁੰਚ ਕਰ ਰਹੇ ਨੇ। ਬਾਕੀ ਸਿਆਸੀ ਧਿਰਾਂ ਦੀ ਵੀ ਗੱਲ ਕਰਾਂਗੇ ਕਿ ਵਿਰੋਧੀ ਧਿਰਾਂ ਦੇ ਸਭ ਨੇ ਆਪੋ ਆਪਣੀ ਮੀਟਿੰਗ ਸੱਦੀ ਹੋਈ ਹੈ। ਕੋਈ ਅਸਤੀਫੇ ਦੀ ਪੇਸ਼ਕਸ਼ ਕਰ ਰਿਹਾ, ਕਿਸੇ ਤੋਂ ਅਸਤੀਫਾ ਮੰਗਿਆ ਜਾ ਰਿਹਾ, ਇਹ ਸਾਰਾ ਕੁਝ ਵਾਪਰ ਰਿਹਾ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸ਼ੁਕਰੀਆ ਜੀ। ਪ੍ਰੋਫੈਸਰ ਸਾਹਿਬ, ਜਿੱਥੋਂ ਤੱਕ ਸਵਾਲ ਇਹ ਆ ਕਿ ਮੁਆਵਜ਼ਾ ਤਾਂ ਦੇ ਦਿੱਤਾ, ਪਰ ਉਹ ਕਹਿੰਦੇ ਪੂਰਤੀ ਜਿਹੜੀ ਹੈ ਖਜ਼ਾਨੇ ਚੋਂ ਕਰਨੀ ਆ। ਤੇ ਦੂਜੀ ਗੱਲ ਇਹਦੇ ਉੱਤੇ ਕਿਸੇ ਨੇ ਟਿੱਪਣੀ ਕੀਤੀ, ਉਹ ਕਹਿੰਦੇ ਕਿ ਰਿਸ਼ਵਤਖੋਰੀ ਜਿਹੜੀ ਹੈ, ਜੇ ਤੁਸੀਂ ਇਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਵਾਸਤੇ ਸਰਕਾਰੀ ਦਫ਼ਤਰਾਂ ਤੋਂ ਪੈਸਾ ਮੰਗੋਗੇ, ਮਤਲਬ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਉਹ ਰਿਸ਼ਵਤਖੋਰੀ ਨਾਲ ਫਿਰ ਤੁਹਾਨੂੰ ਦੇਣਗੇ, ਜੇ ਉਹਨਾਂ ਤੋਂ ਮਹੀਨਾ ਪੂਰਾ ਕਰਨਾ, ਤਾਂ ਫਿਰ ਕਹਿੰਦੇ ਉਹ ਜਿਹੜੀਆਂ ਰਜਿਸਟਰੀਆਂ ਦੇ ਉੱਤੇ ਰਿਸ਼ਵਤ ਚੱਲਦੀ ਹੈ ਉਹ ਸਾਰਾ ਕੁਝ ਹੋਏਗਾ। ਇਸ ਕਰਕੇ ਸਰਕਾਰ ਨੂੰ ਪਹਿਲਾਂ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਭ੍ਰਿਸ਼ਟਾਚਾਰ ਹੈ ਉਹ ਖਤਮ ਕੀਤਾ ਜਾਏ। ਤੇ ਜੇ ਆਹੀ ਕੰਮ ਕਰਨੇ ਨੇ ਤਾਂ ਫਿਰ ਕਹਿੰਦੇ ਪਿਛਲੇ ਚੰਗੇ ਸੀ। ਨਹੀਂ, ਮੈਨੂੰ ਲੱਗਦਾ ਆਪਾਂ ਵੀ ਬਹੁਤ ਕਾਹਲੇ ਪੈ ਰਹੇ ਜਿਹੜੇ ਕਮੈਂਟਰੀ ਹੋ ਰਹੀ ਹੈ। ਜਿੱਦਾਂ ਬੱਸਾਂ ਦੀ ਸੀ, ਮੈਨੂੰ ਠੀਕ ਹੈ 700 ਬੱਸ ਆਈ ਆ, ਪਰ ਇਹ ਵੇਟ ਕਰ ਲੈਣਾ ਚਾਹੀਦਾ ਸੀਗਾ ਕਿ ਉਹ ਜਿਹੜਾ ਉਹਦਾ ਪੇਮੈਂਟ ਹੁੰਦੀ ਆ ਉਹ ਕਿੱਥੇ ਹੁੰਦੀ ਆ। ਜੇ ਤਾਂ ਉਹਦੀ ਪਾਰਟੀ ਪੇਮੈਂਟ ਕਰਦੀ ਆ ਫਿਰ ਕੋਈ ਕਿਸੇ ਨੂੰ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ। ਜੇ ਉਹ ਸਰਕਾਰ ਵਾਲੇ ਪਾਸੇ ਜਾਂਦਾ ਤੇ ਫਿਰ ਉਹਦੇ ਤੇ ਕਿੰਤੂ ਪ੍ਰੰਤੀ ਵੀ ਹੋਊਗਾ, ਆਡਿਟ ਡਿਪਾਰਟਮੈਂਟ ਵੀ ਹੈਗਾ, ਆਰਟੀਆਈ ਵੀ ਹੈਗੀ ਆ, ਔਰ ਜਿਹੜਾ ਕੰਮ ਇਹਦੇ ਜਿਹੜੇ ਹੈਗੇ ਆ ਆਪਣੇ ਆਮ ਆਦਮੀ ਪਾਰਟੀ ਦੇ ਲੀਡਰ ਕਰਦੇ ਉਹ ਦੂਸਰੇ ਸ਼ੁਰੂ ਕਰ ਦੇਣਗੇ। ਸਵਾਲ ਤਾਂ ਕਰਨਗੇ ਨਾ, ਕਟਹਿਰੇ 'ਚ ਖੜੇ ਕਰਨਗੇ। ਮੈਨੂੰ ਲੱਗਦਾ ਜੇ ਥੋੜ੍ਹਾ ਜਿਹਾ ਉਹਨਾਂ ਨੂੰ ਮੌਕਾ ਦੇਣ ਦੀ ਲੋੜ ਹੈਗੀ ਆ। ਵੇਟ ਐਂਡ ਵਾਚ ਵਾਲੀ ਗੱਲ ਹੈ। ਜਿਹੜਾ ਤੁਸੀਂ ਕਿਹਾ ਕਿ ਜਿਹੜਾ 40 ਏਕੜ ਜਿਹੜੀ ਜ਼ਮੀਨ ਫਸਲ ਜਿਹੜੀ ਸੀਗੀ ਉੱਥੋਂ ਉਹਨਾਂ ਨੇ ਉਹਦਾ ਜਿਹੜਾ ਸੀ ਨੂੰ ਕਟਾਈ ਕੀਤੀ ਆ, ਇਹ ਗੱਲ ਤਾਂ ਠੀਕ ਸੀਗਾ ਕਿ ਸਿੰਬੋਲਿਕ ਵੀ ਹੈਗਾ। ਵੇਖੋ ਦੋਨੋਂ ਪਾਸੇ ਦੇਖਣ ਦੀ ਲੋੜ ਹੁੰਦੀ ਆ ਕਿ ਤੁਸੀਂ ਉਹਨਾਂ ਦੀ ਜੋ ਮਹਿਲਾਂ ਚੋਂ ਕੱਢ ਕੇ ਜਾਂ ਰਾਜ ਭਵਨਾਂ ਚੋਂ ਕੱਢ ਕੇ ਤੁਸੀਂ ਇਸ ਪਾਸੇ ਵੱਲ ਆਉਂਦੇ ਹੋ। ਤੇ ਇਹ ਠੀਕ ਆ ਕਿ ਇਹ ਬੜੀ ਕਲੀਅਰ ਕੱਟ ਹੈਗੀ, ਦੇਖਣਾ ਚਾਹੀਦਾ ਵਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਉੱਤੋਂ ਨੈਸ਼ਨਲ ਪਰਸਪੈਕਟਿਵ ਦੇ ਵਿੱਚ ਉਹਨੂੰ ਸਾਰੇ ਨੂੰ ਜਿਹੜੀ ਹੈਗੀ ਉਸ ਲਾਂਚਿੰਗ ਜਿਹੜੀ ਹੈਗੀ ਉਹ ਨੈਸ਼ਨਲ ਪਰਸਪੈਕਟਿਵ ਦੇ ਤੌਰ ਤੇ ਕਰ ਰਹੀ ਹੈ। ਭਗਤ ਸਿੰਘ ਇਸ ਵੇਲੇ ਆਈਕਨ ਹੈ, ਕਿਉਂਕਿ ਜਿਸ ਕਿਸਮ ਦੀਆਂ ਸਮੱਸਿਆ, ਜਿਸ ਕਿਸਮ ਦੀ ਵਿਚਾਰਧਾਰਾ ਜਿਹੜੀ ਇੱਥੇ ਡੋਮੀਨੈਂਟ ਹੈ। ਈਵਨ ਤਾਂ ਇਹ ਵੀ ਬੜਾ ਦੁਖਦਾਈ ਗੱਲ ਲੱਗਦੀ ਕਿ ਵੀ RSS ਵਾਲੇ, BJP ਵਾਲੇ ਵੀ ਭਗਤ ਸਿੰਘ ਦੀ ਗੱਲ ਕਰਦੇ ਆ, ਪਰ ਨਕਲੀ ਆ। ਜਾਂ ਦੂਸਰੀਆਂ ਪਾਰਟੀਆਂ ਵੀ ਕਰਦੀ, ਕਾਂਗਰਸ ਵੀ ਕਰਦੀ ਤੇ ਸੈਰੇਮੋਨੀਅਲ ਕਰਦੀ ਰਹੀ, ਅਕਾਲੀ ਵੀ ਟੋਕਨ ਦੇ ਤੌਰ ਤੇ ਕਰਦੇ ਸੀ। ਮੈਨੂੰ ਲੱਗਦਾ ਵੀ ਇਹਨਾਂ ਨੇ ਕਿਉਂਕਿ ਬਹੁਤ ਇੱਕ ਸੋਚੀ ਸਮਝੀ ਜਿਹੜੀ ਹੈਗੀ ਇਹਨਾਂ ਦੀ ਸਟ੍ਰੈਟਜੀ ਹੈਗੀ ਆ ਕਿ ਜਿਹਦੇ ਵਿੱਚ ਭਗਤ ਸਿੰਘ ਨੂੰ ਆਈਕਨ ਲੈ ਕੇ, ਭਗਤ ਸਿੰਘ ਨੂੰ ਸਿੰਬਲ ਲੈ ਕੇ, ਜਾਂ ਭਗਤ ਸਿੰਘ ਦੇ ਦੁਆਰ ਤੋਂ ਜਿਹੜੀ ਹੈਗੀ ਆ ਸੱਤਾ ਪ੍ਰਾਪਤੀ ਦਾ ਰਾਹ ਕਰਕੇ ਇੱਕ ਬਹੁਤ ਵੱਡਾ ਮੈਸੇਜ ਦੇਣਾ ਚਾਹੁੰਦੇ ਆ। ਹਾਂ, ਇਹ ਗੱਲ ਠੀਕ ਆ ਕਿ ਜਿਸ ਤਰੀਕੇ ਨਾਲ ਯੂਫੋਰੀਆ ਹੈ, ਲੋਕਾਂ ਨੇ ਵੋਟਾਂ ਪਾਈਆਂ। ਇਹ ਤੁਹਾਡੇ ਵੀ ਸ਼ਾਇਦ ਚੈਨਲ ਤੇ ਕਿਹਾ ਹੋਊਗਾ, ਮੈਂ 1.5-2 ਮਹੀਨਿਆਂ ਤੋਂ ਲਿਖ ਵੀ ਰਿਹਾ ਵਾਂ, ਸਭ ਕੁਝ ਕਰ ਰਿਹਾ ਵੀ ਐਰਕਾਂ ਬਹੁਤ ਵੱਡੀ ਹਨੇਰੀ ਚੱਲਣ ਵਾਲੀ ਹੈਗੀ ਆ, ਕਿਉਂਕਿ ਲੋਕਾਂ ਦਾ ਜੋਸ਼ ਬਹੁਤ ਆ। ਔਰ ਇਹ ਗੱਲ ਪੱਕੀ ਹੈਗੀ ਆ ਕਿ ਜੇ ਉਹਨਾਂ ਨੇ 40 ਏਕੜ ਜਗ੍ਹਾ ਉੱਥੇ ਤਿਆਰ ਕੀਤੀ ਹੈ, ਲੋਕਾਂ ਦਾ ਮੈਨੂੰ ਲੱਗਦਾ ਕੱਲ੍ਹ ਨੂੰ ਬਹੁਤ ਵੱਡਾ ਇਕੱਠ ਹੋਊਗਾ ਉਹਨਾਂ ਦੇ ਰੁਕਣ ਵਾਸਤੇ, ਉਹਨਾਂ ਦੇ ਖਲੋਣ ਵਾਸਤੇ, ਉਹਨਾਂ ਦੇ ਬਹਿਣ ਵਾਸਤੇ, ਕਿਉਂਕਿ ਚੀਫ ਮਿਨਿਸਟਰ ਜਿਹੜਾ ਹੈਗਾ ਉੱਥੇ ਸਹੁੰ ਚੁੱਕ ਰਿਹਾ ਹੈਗਾ। ਸੋ ਇਸ ਕਰਕੇ ਅਜੇ ਮੈਨੂੰ ਲੱਗਦਾ ਹੈ ਕਿ ਜੇ ਉਹ 2 ਕਰੋੜ ਰੁਪਈਆ ਆਇਆ ਵਾ ਸਰਕਾਰੀ ਖਜ਼ਾਨੇ 'ਚੋਂ ਆਇਆ, ਪਹਿਲੀ ਗੱਲ ਤਾਂ ਇਹ ਪਤਾ ਲੱਗਦਾ ਵੀ ਇਹ ਸਰਕਾਰੀ ਖਜ਼ਾਨੇ ਦੇ ਪੈਸੇ ਹੈਗੇ ਆ। ਤੁਸੀਂ ਕੱਲ੍ਹ ਨੂੰ ਪੁੱਛਣ ਵਾਲੇ ਬਣ ਸਕਦੇ ਹੋ, ਡਿਪਟੀ ਕਮਿਸ਼ਨਰ ਕੋਲ ਆਇਆ ਵਾ, ਤੁਸੀਂ RTI ਪਾ ਸਕਦੇ ਹੋ, ਭਾਈ ਸਾਹਿਬ ਤੁਹਾਡੇ ਕੋਲ 2 ਕਰੋੜ ਰੁਪਈਆ ਆਇਆ ਸੀਗਾ, ਸਾਨੂੰ ਤਾਂ ਹਿਸਾਬ ਦਿਓ ਤੁਸੀਂ ਕਿੱਥੇ ਕਿੱਥੇ ਪੈਸੇ ਖਰਚੇ ਆ, ਜਾਂ ਜਿਹੜੀਆਂ ਹੋਰ ਦੂਸਰੀਆਂ ਗੱਲਾਂ ਹੈਗੀਆਂ। ਮੇਰਾ ਕਹਿਣ ਤੋਂ ਭਾਵੇਂ ਅਜੇ ਤਾਂ ਗੱਲ ਸ਼ੁਰੂ ਹੋਈ ਆ ਤੇ ਉਹ ਜਿਸ ਪਾਸੇ ਵੱਲ ਚੱਲ ਰਹੇ ਆ ਉਹਨੂੰ ਬਹੁਤ ਨੇੜਿਓਂ ਵਾਚਣ ਦੀ ਲੋੜ ਆ। ਅਜੇ ਮੈਨੂੰ ਲੱਗਦਾ ਕਿ ਮਹੀਨਾ, 2 ਮਹੀਨੇ, 3 ਮਹੀਨੇ ਇਹ ਜਿਹੜਾ ਹੈਗਾ ਉਹਨਾਂ ਨੂੰ ਵੇਖਣਾ ਚਾਹੀਦਾ। ਹਾਂ, ਮੈਨੂੰ ਕਈ ਵਾਰੀ ਇਹ ਚੀਜ਼ ਤੋਂ ਥੋੜ੍ਹਾ ਜਿਹਾ ਡਰ ਲੱਗਣਾ ਸ਼ੁਰੂ ਹੋ ਜਾਂਦਾ ਕਿ ਜਿੱਦਾਂ MLA ਸਾਹਿਬ ਜਿਹੜੇ ਹੈਗੇ ਆ
ਇਹ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਵਾਲੇ ਪਾਸੇ ਨਾ ਤੁਰ ਪੈਣ, ਕਿਉਂਕਿ ਇਹਨਾਂ 'ਚ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਹੈਗੇ ਆ 82 ਦੇ, ਇਹਨਾਂ ਦੇ ਕੋਲ ਹੈਗੇ ਟੋਟਲ 86 MLA ਨੇ ਪਹਿਲੀ ਵਾਰੀ ਬਣ ਗਿਆ। ਸ਼ਾਇਦ ਉਹਨਾਂ 'ਚੋਂ ਬਹੁਤ ਜ਼ਿਆਦਾ ਜਿਹੜਾ ਸੀ ਪੰਚਾਇਤ ਮੈਂਬਰ ਦਾ ਵੀ ਜਿਹੜਾ ਹੈਗਾ ਐਕਸਪੀਰੀਅੰਸ ਨਹੀਂ ਹੈਗਾ। ਇਹਦਾ ਮਤਲਬ ਇਹ ਨਹੀਂ ਕਿ ਪੰਚਾਇਤ ਮੈਂਬਰ ਬਣਦੇ ਨਾਲ ਤੁਸੀਂ ਬਹੁਤ ਸਿਆਣੇ ਹੋ ਜਾਂਦੇ ਹੋ। ਅਸੀਂ ਤਾਂ ਇਹ ਵੀ ਦੇਖਿਆ ਵੀ ਮੰਤਰੀ ਬਣ ਕੇ ਵੀ ਉੱਦਾਂ ਦੇ ਉੱਦਾਂ ਰਹਿੰਦੇ ਆ ਜਿੱਦਾਂ ਦੇ ਪਹਿਲਾਂ ਹੁੰਦੇ ਸੀਗੇ। ਪਰ ਮੇਰਾ ਕਹਿਣ ਤੋਂ ਬਾਅਦ ਹੈ ਕਿ ਜਿਹੜਾ ਜ਼ਿਆਦਾ ਹਾਈਪਰ ਐਕਟਿਵਿਜ਼ਮ ਹੈਗਾ ਵਾ, ਜਾਂ ਜਿਹੜਾ ਇਸ ਕਿਸਮ ਦਾ ਹਾਈਪਰ ਜਿਹੜੀ ਇਹਨਾਂ ਦੀ ਐਕਸ਼ਨਸ ਹੈਗੇ ਆ, ਇਹਨੂੰ ਸਸਟੇਨ ਕਰਨਾ ਇਹਨਾਂ ਲਈ ਬਹੁਤ ਔਖਾ ਹੋ ਜਾਊਗਾ। ਕਿ ਰਾਤ ਨੂੰ ਛਾਪੇ ਮਾਰ ਲਓ, ਦਿਨ ਨੂੰ ਛਾਪੇ ਮਾਰ ਲਓ, ਉਹਦੀ ਵੀਡੀਓ ਪਾ ਦਿਓ ਉਹਦੇ ਉੱਤੇ। ਮੇਰੇ ਖਿਆਲ ਜੇ ਇਸ ਪਾਸੇ ਵੱਲ ਪੈਂਦੇ, ਕਿਉਂਕਿ ਸਿਸਟਮ ਨੇ ਸਿਸਟਮ ਨਾਲ ਚੱਲਣਾ। ਇੱਕ ਆਰਗੂਮੈਂਟ ਹੈਗਾ, ਤੁਸੀਂ ਠੀਕ ਆ, ਇਹ ਗੱਲ ਬਿਲਕੁਲ ਠੀਕ ਹੈਗੀ ਕਿ ਜਿਹੜਾ ਪਹਿਲਾ ਸਿਸਟਮ ਸੀ ਉਹ ਜਿਸ ਤਰੀਕੇ ਸੇ ਕਰਪਟ ਸੀਗਾ। ਮੈਂ ਅੱਜ MLA ਨੂੰ ਸੁਣ ਰਿਹਾ ਸੀ, ਡੈਜ਼ਿਗਨੇਟਡ MLA ਨੂੰ, ਕਿਉਂਕਿ ਹਾਊਸ ਦੇ ਵਿੱਚ ਸਹੁੰ ਚੁੱਕਣੀ ਅਜੇ ਜਾ ਕੇ ਡੈਜ਼ਿਗਨੇਟਡ ਆ। ਤੇ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਵੀ ਡੈਜ਼ਿਗਨੇਟਡ ਜਿਹੜੇ ਲੋਕ ਹੈਗੇ MLA ਹੈਗੇ ਆ, ਅਜੇ ਉਹਨਾਂ ਕੋਲ ਅਥਾਰਟੀ ਉਸ ਨਹੀਂ ਆਈ ਅਜੇ ਉਹਨਾਂ ਕੋਲ ਸਰਟੀਫਿਕੇਟ ਮਿਲਿਆ। ਜਿੰਨਾ ਚਿਰ ਉਹ ਸਹੁੰ ਨਹੀਂ ਚੁੱਕਦੇ ਉਹਨਾਂ ਚਿਰ ਉਹਨਾਂ ਨੂੰ ਸੰਵਿਧਾਨਕ ਪਦ ਪ੍ਰਾਪਤ ਨਹੀਂ ਹੁੰਦਾ। ਸਵਾਲ ਇਸ ਗੱਲ ਦਾ ਹੈ ਕਿ ਬਿਨਾਂ ਸਹੁੰ ਚੁੱਕੇ ਤੋਂ, ਬਿਨਾਂ ਸੰਵਿਧਾਨਕ ਮਾਨਤਾ ਲਏ ਤੋਂ ਇੱਕ ਸਰਟੀਫਿਕੇਟ ਦੇ ਨਾਲ ਜੇ ਤੁਸੀਂ ਇੰਨੇ ਹਾਈਪਰ ਐਕਟਿਵ ਹੋ ਗਏ ਹੋ, ਠੀਕ ਆ, ਉਹ ਇਹ ਮੈਸੇਜ ਦੇਣਾ ਚਾਹੁੰਦੇ ਹੋਣਗੇ ਕਿ ਵੇਖੋ ਜੀ ਅਸੀਂ ਇੱਦਾਂ ਹੀ ਕੰਮ ਕਰਾਂਗੇ। ਪਰ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਕੰਮ ਕਰਨ ਦਾ ਤਰੀਕਾ ਵਾ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਜਾਂ ਕਿਸੇ ਵੀ ਲੋਕਤੰਤਰ ਦੇ ਵਿੱਚ ਇਹ ਬਹੁਤਾ ਲੰਮਾ ਸਮਾਂ ਨਹੀਂ ਚੱਲਦਾ। ਇਹ ਬਹੁਤਾ ਜ਼ਿਆਦਾ ਜਿਹੜਾ ਹੁੰਦਾ ਉਹ ਕਾਰਗਰ ਨਹੀਂ ਹੁੰਦਾ। ਉਹਦੇ ਵਾਸਤੇ ਤੁਹਾਨੂੰ ਇੱਕ ਮਤਲਬ ਜੋਸ਼ ਤਾਂ ਜ਼ਰੂਰ ਹੈਗਾ, ਪਰ ਜੋਸ਼ ਦੇ ਨਾਲ ਨਾਲ ਹੋਸ਼ ਜਿਹੜੀ ਆ, ਹੋਸ਼ ਕਾਨੂੰਨ ਦੀ ਹੈ। ਕਿਉਂਕਿ ਇਹੀ ਲੋਕ ਜਿਹੜੇ ਲੋਕਾਂ ਨੇ ਤੁਹਾਨੂੰ ਇੰਨੀ ਤਾਕਤ ਦਿੱਤੀ ਆ, ਉਹਨਾਂ ਨੂੰ ਤੁਸੀਂ ਗੱਲਾਂ ਕਰਨ ਦਾ ਮੌਕਾ ਨਾ ਦਿਓ। ਹਾਂ ਠੀਕ ਹੈ, ਸਿਸਟਮ ਬੜਾ ਕਰਪਟ ਹੈ। ਮੈਂ ਦੇਖਿਆ SMO ਸ਼ਰਾਬ ਪੀ ਕੇ ਆਪਣੇ ਉੱਥੇ ਪਿਆ ਸੀ, ਉਹਦੇ ਵਿੱਚੋਂ ਪੁਲਿਸ ਬੜੀ ਕਰਪਟ ਸੀਗੀ, ਇਹ ਗੱਲ ਠੀਕ ਹੈਗਾ ਵਾ। ਥਾਣੇ ਕਰਪਟ ਸੀਗੇ, ਤਹਿਸੀਲਾਂ ਕਰਪਟ ਹੈਗੀਆਂ ਵਾ। ਕੋਈ ਚੀਜ਼ ਹੈ ਨਹੀਂ ਜਿਹੜੀ ਕਰਪਸ਼ਨ ਤੋਂ, DTO ਦੇ ਦਫ਼ਤਰ ਕਰਪਟ ਹੈਗੇ ਆ। ਹਰ ਅਧਿਕਾਰੀ ਥੋੜ੍ਹੇ ਬਹੁਤੇ ਨੂੰ ਛੱਡ ਕੇ ਇਹ ਗੰਦ ਪਿਆ ਸੀਗਾ। ਇਹ ਸਭ ਨੂੰ ਪਤਾ ਸੀ ਕਿ ਪੁਰਾਣੇ MLA ਹਿੱਸਾ ਲੈਂਦੇ ਸੀ। ਮੈਨੂੰ ਤੇ ਵੀ ਪਤਾ ਲੱਗਾ ਵੀ ਪਟਵਾਰੀ ਲਾਉਣ ਦੇ ਵਿੱਚ ਵੀ ਉਹ ਜਿਹੜੇ ਹੈਗੇ ਸੀ ਹਿੱਸਾ ਲੈਂਦੇ ਸੀ। ਕਿੰਨੇ ਇੰਤਕਾਲ ਹੈਗੇ ਉਹਨਾਂ ਦਾ ਹਿਸਾਬ ਪੁੱਛਦੇ ਸੀ, ਤਹਿਸੀਲਦਾਰਾਂ ਕੋਲ ਹਿਸਾਬ ਲਾਉਂਦੇ। ਉਹ ਗਰਕਿਆ ਸਿਸਟਮ ਸੀਗਾ। ਇਹਨਾਂ ਨੂੰ ਜੇ ਇੰਨਾ ਵੱਡਾ ਮੈਂਡੇਟ ਮਿਲਿਆ ਤਾਂ ਉਹ ਸਿਸਟਮ ਗਰਕ ਗਿਆ ਸੀਗਾ, ਥੱਲੇ ਬੈਠ ਗਿਆ ਸੀ। ਲੋਕਾਂ ਨੇ ਉਹਦੇ ਵਿੱਚੋਂ ਇੱਕ ਹੱਲ ਲੱਭਿਆ। ਪਰ ਮੈਨੂੰ ਇਹ ਲੱਗਦਾ ਕਿ ਅਜੇ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈਗੀ। 5 ਸਾਲ ਸਲੋ ਐਂਡ ਸਟੀਡੀ ਜਿਹੜਾ ਹੈਗਾ ਉਹਨੂੰ ਸਟਿਕ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਵਾਰੀ ਕਿੰਨੇ ਹਾਈਪਰ ਹੋ ਜਾਓ, ਉਹਨੂੰ ਸਸਟੇਨ ਕਰਨਾ ਬਹੁਤ ਔਖਾ ਵਾ। ਇੱਕ ਤੁਹਾਡਾ ਕਨਸਟੀਟਿਊਸ਼ਨ ਤੁਹਾਡੇ ਕੋਲ ਹੈ, ਕਾਨੂੰਨ ਤੁਹਾਡੇ ਕੋਲ ਹੈ, ਬਿਊਰੋਕ੍ਰੇਸੀ ਦਾ ਇੱਕ ਆਪਣਾ ਢਾਂਚਾ ਕੰਮ ਕਰਨ ਦਾ। ਤੇ ਜੇ ਇਦਾਂ ਹੀ ਕੰਮ ਕਰਾਂਗੇ ਤੇ ਫਿਰ ਕਿਸ ਸਮੇਂ ਦੇ ਵਿੱਚ ਉਹ ਹੁੰਦਾ ਹੈ ਜਿੱਦਾਂ ਹੁਕਮ ਆਇਆ ਤੇ ਉਹਨੂੰ ਜਿਹੜੀਆਂ ਨਾਨ ਡੈਮੋਕ੍ਰੈਟਿਕ ਅਥੋਰੀਟੇਰੀਅਨ ਜਿਹੜੀਆਂ ਹੁੰਦੀਆਂ ਵਾ, ਜਿਹੜੀਆਂ ਉਹ ਟੈਂਡੈਂਸੀਜ਼ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਠੀਕ ਆ ਕਿ ਲੋਕਾਂ ਦਾ ਗੁੱਸਾ ਹੈਗਾ, ਪਰ ਇਹ ਗੁੱਸਾ ਉਹਨਾਂ ਦੇ ਖਿਲਾਫ ਵੀ ਹੋ ਸਕਦਾ। ਚੱਲਣਾ ਕਾਨੂੰਨ ਦੇ ਮੁਤਾਬਕ ਚਾਹੀਦਾ, ਚੱਲਣਾ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ। ਹਾਂ, ਉਹਨੂੰ ਸਸਟੇਨ ਕਰੋ। ਫਿਰ ਬਹੁਤਾ ਰੌਲੀ ਪਾਉਣ ਦੇ ਨਾਲ ਤਾਂ ਇਹ ਕਹੀ ਜਾਵੇ ਵੀ ਬਹੁਤ ਜਿਹੜੇ ਹੈਗੇ ਆ, ਮੈਂ ਇਮਾਨਦਾਰੀ ਤਾਂ ਹੁਣ ਪਤਾ ਲੱਗੂਗਾ ਕਿਉਂਕਿ ਲੋਕੀ ਇਹਨਾਂ ਨੂੰ ਵਾਚ ਕਰ ਰਹੇ ਆ। ਮਾਊਂਟਿੰਗ ਚੈਲੰਜਸ ਆ, ਇਹ ਸਿਰਫ ਇੱਕ ਥਾਣੇ ਦੇ ਉੱਤੇ ਰਾਤ ਨੂੰ ਚੈਕਿੰਗ ਕਰਨ ਦੇ ਨਾਲ ਬਹੁਤਾ ਫਰਕ ਨਹੀਂ ਪੈਣਾ। ਇਹ ਤੁਹਾਨੂੰ ਸਿਸਟਮ ਬਣਾਉਣਾ ਪੈਣਾ, ਇੱਕ ਨਿਜ਼ਾਮ ਬਣਾਉਣਾ ਪੈਣਾ। ਔਰ ਇੱਕ ਠੀਕ ਹੈ, ਕੋਈ ਸਿਆਣੇ ਬੰਦੇ ਵੀ ਹੈਗੇ, ਉਹਨਾਂ ਕਿਹਾ ਕਿ ਸਾਨੂੰ ਜਿਹੜੀ ਅਕਾਊਂਟੇਬਿਲਿਟੀ ਹੈ ਸੰਵਿਧਾਨ ਕਾਨੂੰਨ ਪ੍ਰਤੀ ਹੋਣੀ ਚਾਹੀਦੀ ਆ। ਕਿਉਂਕਿ ਆਦਤਾਂ ਇੰਨੀ ਛੇਤੀ ਬਦਲਦੀਆਂ ਨਹੀਂ। ਵਾਰਿਸ ਸ਼ਾਹ ਨੇ ਵੀ ਕਿਹਾ ਸੀਗਾ, ਜੇ ਪਹਿਲੇ 17 ਸਾਲਾਂ ਤੋਂ ਜਾਂ ਪਹਿਲੇ 150-200 ਸਾਲ ਤੋਂ ਨਿਜ਼ਾਮ ਅੰਗਰੇਜ਼ਾਂ ਦੇ ਕਾਨੂੰਨ ਥੱਲੇ ਚੱਲ ਰਿਹਾ ਹੈ, ਜਾਂ ਜਿਹੜਾ ਪੁਲਿਸ ਲਾ ਉਹਦੇ ਥੱਲੇ ਚੱਲ ਰਿਹਾ ਹੈ, ਜਾਂ ਜਿਹਨੇ ਵੀ ਸਾਡੇ ਕਾਨੂੰਨ ਉੱਦਾਂ ਦੇ ਹੈਗੇ, ਜਾਂ ਸੰਵਿਧਾਨ ਉੱਦਾਂ ਦਾ, ਜਾਂ ਪਹਿਲੇ ਲੰਬੇ ਸਮੇਂ ਦੇ ਵਿੱਚ ਨਾ ਅਕਾਲੀਆਂ ਨੇ, ਕਾਂਗਰਸੀਆਂ ਨੇ, ਜਾਂ ਜਿਹੜੇ ਹੋਰ ਲੋਕ ਆ, ਇਹਨਾਂ ਨੇ ਉਸ ਕਿਸਮ ਦਾ ਵਾਤਾਵਰਨ ਤਿਆਰ ਕੀਤਾ। ਤੇ ਮੇਰੇ ਖਿਆਲ ਉਹਨੂੰ ਠੀਕ ਕਰਨ ਵਾਸਤੇ ਸਲੋ ਚੱਲਣ, ਸੋਲਿਡ ਜਿਹੜੀ ਹੈਗੀ ਆ, ਜਿਹੜਾ ਫੁਟਿੰਗ ਦੇ ਨਾਲ ਚੱਲਣ, ਲੋਕਾਂ ਨੂੰ ਨਾਲ ਲੈ ਕੇ ਚੱਲਣ। ਲੋਕਾਂ ਦਾ ਮਤਲਬ ਇਹ ਨਹੀਂ ਵੀ ਜਿਹੜੇ 5-7 ਚੌਧਰੀ ਉੱਥੋਂ ਲੱਥ ਕੇ ਇੱਧਰਲੇ ਪਾਸੇ। ਆਪਾਂ ਸਭ ਨੂੰ ਪਤਾ ਕਿ ਆਮ ਆਦਮੀ ਪਾਰਟੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਵਾਲੇ ਉੱਤੋਂ ਤੇ ਡਿੱਗੇ ਨਹੀਂ ਗਏ। ਕਾਂਗਰਸ ਵਾਲੇ ਵੀ ਆਏ ਆ, ਅਕਾਲੀਆਂ ਵਾਲੇ ਵੀ ਆਏ ਆ, ਕਾਮਰੇਡ ਵੀ ਆਏ ਆ, RSS ਵਾਲੇ ਵੀ ਆਏ, ਉਹ ਸਾਰੇ ਆ। ਇਹ ਮਿਲਗੋਭਾ ਹੈਗਾ। ਪਰ ਇਹ ਜਵਾਨ ਲੋਕ, ਚੰਗੀ ਗੱਲ ਹੈ ਕਿ ਇਹਦੇ ਵਿੱਚ ਜਵਾਨ ਲੋਕ ਹੈ। ਤਾਂ ਇਸ ਕਰਕੇ ਇਹ ਡੂਜ਼ ਐਂਡ ਡੂ ਨਾਟਸ ਜਿਹੜੇ ਬਹੁਤ ਠੀਕ ਹੋਣੇ ਚਾਹੀਦੇ ਆ। ਤੇ ਬਾਕੀ ਆ ਸਹੁੰ ਚੁੱਕਣ ਵਾਲਾ, ਤਾਂ ਉਹਦੇ ਉੱਤੇ ਮੈਂ ਇਸ ਕਰਕੇ ਕੁਝ ਨਹੀਂ ਬਹੁਤਾ ਕਮੈਂਟ ਨਹੀਂ ਕਰੂੰਗਾ ਕਿ ਜੇ ਉਹ ਭਗਤ ਸਿੰਘ ਦੇ ਦੀਵਾਰ ਤੇ ਜਾ ਕੇ ਸਹੁੰ ਚੁੱਕਦੇ ਆ ਤੇ ਉਹਨਾਂ ਦੀ ਕੌਂਸ਼ੀਅਸ ਦੇ ਉੱਤੇ ਭਾਰ ਪਿਆ ਰਹੂਗਾ। ਔਰ ਤੁਹਾਨੂੰ ਸਾਨੂੰ ਵੀ ਜਿਹੜਾ ਕੱਲ ਨੂੰ ਕਿਤੇ ਵੀ ਕੁਤਾਹੀ ਕਰਦੇ ਆ, ਕੋਈ ਵੀ ਉਹ ਕੰਮ ਕਰਦੇ, ਭਗਤ ਸਿੰਘ ਦੀ ਲੈਗੇਸੀ ਬਹੁਤ ਵੱਡੀ ਆ। ਭਗਤ ਸਿੰਘ ਦਾ ਵਿਚਾਰ ਬਹੁਤ ਵੱਡਾ ਹੈ। ਭਗਤ ਸਿੰਘ ਨੇ ਆਪਣੇ ਜਿਹੜੀ ਹੈਗੀ ਜਾਨ ਦੀ ਆਹੂਤੀ ਦਿੱਤੀ ਆ 23-23.5 ਸਾਲ ਦੀ ਉਮਰ ਦੇ ਵਿੱਚ ਦੇਸ਼ ਵਾਸਤੇ। ਭਗਤ ਸਿੰਘ ਸਾਡੇ ਕੋਲ ਬਹੁਤ ਵੱਡੀ ਵਿਰਾਸਤ ਛੱਡ ਕੇ ਗਿਆ, ਇੱਕ ਬਹੁਤ ਵੱਡੀ ਸਾਡੇ ਕੋਲ ਆਈਡੀਓਲੋਜੀ ਛੱਡ ਕੇ ਗਿਆ। ਔਰ ਉਹ ਆਈਡੀਓਲੋਜੀ ਜਿਹਨੂੰ ਅਡਹੀਅਰ ਕਰਦੇ ਆ, ਤੇ ਮੈਂ ਕਹਿੰਦਾ ਵੀ ਉਹ ਤੋਂ ਵੱਡੀ ਸੇਵਾ ਕੋਈ ਨਹੀਂ ਹੋ ਸਕਦੀ। ਉਹ ਆਈਡੀਓਲੋਜੀ ਜਿਹੜੀ ਹੈਗੀ ਉਹ ਪ੍ਰੋਗਰੈਸਿਵ ਆ, ਉਹ ਲੈਫਟ ਦੀ ਆਈਡੀਓਲੋਜੀ ਹੈਗੀ ਆ,
ਉਹਦੇ ਵਿੱਚ ਉਹ ਜਿਹੜੇ ਧਰਮ ਆ ਜਾਤੀ ਉਹ ਤੇ ਆਪਣੇ ਆਪ ਨੂੰ ਕਹਿੰਦਾ ਧਰਮ ਦੀ, ਤੇ ਉਹ ਕਹਿੰਦਾ ਮੈਂ ਅਥੀਸਟ ਜਦੋਂ ਕਹਿੰਦਾ ਵਾ, ਕਿਉਂ ਕਹਿੰਦਾ ਵਾ, ਉਹ ਸਾਰੇ ਲੰਘਣਾ ਤੋਂ ਉਤਲੇ ਪਾਸੇ ਵਾਲਾ ਕਿਸ ਸਮਾਜ ਦੀ ਉਹ ਸਿਰਜਣਾ ਕਰਨੀ ਚਾਹੁੰਦਾ ਸੀ। ਤੇ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਵੀ ਇਸ ਸਮੇਂ 'ਚ ਜੇ ਥੋੜਾ ਬਹੁਤਾ ਕਿੰਤੂ ਪਰੰਤੂ ਬਣਦਾ ਵੀ ਆ ਲੋਕਾਂ ਦਾ, ਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਇੰਨੀ ਸਪੇਸ ਦੇਣੀ ਚਾਹੀਦੀ ਆ। ਹਾਂ ਇਹ ਠੀਕ ਆ ਭਗਤ ਸਿੰਘ ਦੇ ਦੁਆਰ ਤੇ ਆਏ ਆ, ਤੇ ਜੇ ਭਗਤ ਸਿੰਘ ਦੀ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਂਦੇ ਆ ਤਾਂ ਮੈਨੂੰ ਲੱਗਦਾ ਵੀ ਉਹਦੇ ਵਿੱਚੋਂ ਸਾਡੇ ਸਮਾਜ ਜਿੰਨਾ ਗਰਕਿਆ ਪਿਆ ਵਾ, ਜਿੰਨਾ ਗਲਿਆ ਸੜਿਆ ਪਿਆ ਵਾ, ਜਾਂ ਜਿਸ ਕਿਸਮ ਦੀਆਂ ਸਮੱਸਿਆ ਵਾ, ਮੈਨੂੰ ਲੱਗਦਾ ਵੀ ਉਹਦੇ ਵਿੱਚੋਂ ਕੋਈ ਨਾ ਕੋਈ ਹੱਲ ਨਿਕਲ ਸਕਦਾ। ਹੋਰ ਜਿਹੜੀਆਂ ਵਿਚਾਰਧਾਰਾ ਲਈ ਫਿਰਦੇ ਆ ਲੈਫਟ ਰਾਈਟ ਵਾਲੇ ਜਿਹੜੇ ਹੈਗੇ, ਚਾਹੇ ਰਾਈਟ ਸੈਂਟਰ ਵਾਲੇ ਜਿਹੜੇ ਹੈਗੇ, ਉਹ ਬਹੁਤਾ ਵੱਡਾ ਉਹਦੇ ਨਾਲ ਕੋਈ ਸਾਨੂੰ ਵਿਯੋਗ ਨਹੀਂ ਮਿਲਦਾ। ਪ੍ਰੋਫੈਸਰ ਸਾਹਿਬ, ਜਦੋਂ ਤੁਸੀਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹੋ, ਇਹਨਾਂ ਨੇ ਕਿਹਾ ਕਿ ਦਫ਼ਤਰਾਂ 'ਚ ਉਹਨਾਂ ਦੀਆਂ ਤਸਵੀਰਾਂ, ਹਾਲਾਂਕਿ ਮੈਂ ਰਿਪੋਰਟਾਂ ਪੜ੍ਹ ਰਿਹਾ ਸੀ, ਕਹਿੰਦੇ ਬਸੰਤੀ ਪੱਗਾਂ ਦੀ ਵੀ ਜਿਹੜੀ ਆ ਉਹ ਵਿਕਰੀ ਵੱਧ ਗਈ ਆ। ਭਗਵੰਤ ਮਾਨ ਹੋਰੀ ਵੀ ਬਸੰਤੀ ਪੱਗ ਬੰਨ੍ਹਦੇ ਨੇ। ਪਰ ਜਦੋਂ ਅਸੀਂ ਸਿਆਸਤਦਾਨਾਂ ਦੀ ਗੱਲ ਕਰਦੇ ਆ ਕਿ ਉਹ ਆਈਡੀਓਲੋਜੀ ਜਿਹੜੀ ਉਹਨਾਂ ਦੀ ਸੀਗੀ, ਪੀਪਲਜ਼ ਪਾਰਟੀ ਆਫ ਪੰਜਾਬ ਮਨਪ੍ਰੀਤ ਬਾਦਲ ਨੇ ਬਣਾਈ, ਉਹਦੇ 'ਚ ਭਗਵੰਤ ਮਾਨ ਵੀ ਸ਼ਾਮਲ ਹੋਏ, ਤੇ ਉਦੋਂ ਵੀ ਇਹਨਾਂ ਨੇ ਮਿੱਟੀ ਚੱਕ ਕੇ ਉੱਥੇ ਸਹੁੰ ਖਾਧੀ ਸੀ ਕਿ ਅਸੀਂ ਪੰਜਾਬ ਦੇ ਲਈ ਲੜਾਂਗੇ ਮਰਾਂਗੇ। ਉਹ ਗੱਲ ਵੱਖਰੀ। ਬਾਅਦ ਵਿੱਚ ਫਿਰ ਸਿਆਸਤਦਾਨ ਨੇ ਰਾਹ ਵੱਖੋ ਵੱਖਰੇ ਹੋ ਗਏ। ਇਹ ਫਿਰ ਇਸ ਕਰਕੇ ਸਵਾਲ ਉੱਠਦੇ ਨੇ ਕਿ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਖ ਲਓ ਤੁਸੀਂ, ਫਰੰਟ ਪੇਜ ਦੇ ਇਸ਼ਤਿਹਾਰ ਨੇ, ਉਹ ਪੈਸਾ ਕਿੱਥੋਂ ਆਣਾ ਹੈ। ਟੀਵੀ ਚੈਨਲਸ ਦੇ ਉੱਤੇ ਜਿਹੜੇ ਨੈਸ਼ਨਲ ਚੈਨਲ ਨੇ ਉਹਨਾਂ ਦੇ ਉੱਤੇ ਵੀ ਇਸ਼ਤਿਹਾਰ ਜਾ ਰਹੇ ਨੇ। ਉਹ ਸਲੋਟ ਜੇ ਉੱਥੋਂ ਖਰੀਦੇ ਗਏ ਨੇ, ਉਹ ਲੱਖਾਂ ਦਾ ਪੈਸਾ ਜਾਣਾ ਸਰਕਾਰੀ ਖਜ਼ਾਨੇ ਚੋਂ ਹੈ। ਤੇ ਖਜ਼ਾਨਾ ਜਿਹੜਾ ਭਗਵੰਤ ਮਾਨ ਹੋਰੀ ਕਹਿੰਦੇ ਰਹੇ ਨੇ ਕਿ ਇਹ ਖਜ਼ਾਨਾ ਨਹੀਂ, ਇਹ ਤਾਂ ਪੀਪਾ ਆ। ਤੇ ਜੇ ਪੀਪੇ ਦਾ ਆਹ ਹਾਲ ਹੈ ਤੇ ਫਿਰ ਅੱਗੋਂ ਕੀ ਲੋਕਾਂ ਦਾ ਕੀ ਬਣੇਗਾ? ਲੋਕਾਂ ਦੀ ਜੇਬ 'ਚ ਹੀ ਜਾਣਾ ਹੈ ਸਾਰਾ ਟੈਕਸ। ਮੈਨੂੰ ਲੱਗਦਾ ਹੈ ਕਿ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਹੈਗਾ। ਸਿੰਬਲਸ ਦਾ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਇੰਪੋਰਟੈਂਸ ਹੈ। ਤੁਸੀਂ ਦੇਖੋ ਜਿਹੜੇ ਇਹਨਾਂ ਦੇ ਆਪਣੇ ਹੈਗੇ ਇਲੈਕਸ਼ਨ ਸਿੰਬਲ ਹੈਗੇ ਆ, ਇਹ ਇੱਕ ਕਿਸਮ ਦੀ ਉਹਨਾਂ ਦੀ ਵਿਚਾਰਧਾਰਾ ਨੂੰ ਮੈਨੀਫੈਸਟ ਕਰਦੇ ਆ, ਉਹਨਾਂ ਨੂੰ ਰਿਫਲੈਕਟ ਕਰਦੇ ਆ। ਤੁਸੀਂ ਪੁਰਾਣੇ ਸਮੇਂ ਤੋਂ ਲੈ ਕੇ ਵੇਖ ਲਓ, ਕਾਂਗਰਸ ਤੋਂ ਲੈ ਕੇ, ਜਨਸੰਘ ਤੋਂ ਲੈ ਕੇ, ਅਕਾਲੀ ਦਲ ਤੋਂ ਲੈ ਕੇ ਵੇਖ ਲਓ, ਜਾਂ ਜਿਹੜੀਆਂ ਹੋਰ ਲੈਫਟ ਤੋਂ ਲੈ ਕੇ ਦੇਖ ਲਓ, ਜਾਂ ਹੋਰ ਪਾਰਟੀਆਂ ਦੇ ਵਿੱਚ ਸਿੰਬਲ ਦੀ ਬਹੁਤ ਇੰਪੋਰਟੈਂਸ ਹੁੰਦੀ ਹੈ। ਪਰ ਅੱਜ ਤੱਕ ਅਸੀਂ ਦੇਖਿਆ ਕਿ ਸਿੰਬਲ ਨੂੰ ਯੂਜ਼ ਕੀਤਾ ਗਿਆ, ਜਿਹੜਾ ਇੱਕ ਸਿੰਬੋਲਿਕ ਜਿਹੜੀ ਹੈਗੀ ਆ ਨਾ, ਉਹਨੂੰ ਕਹਿੰਦੇ ਆ ਕਿ ਲਿਪ ਸਰਵਿਸ ਦੇ ਕੇ। ਹੁਣ ਪੀੜੀਆਂ ਪੱਗਣ ਦੇ ਨਾਲ ਜਿੰਨਾ ਚਿਰ ਅੰਦਰਲੇ ਦਿਮਾਗ ਚ ਅੰਦਰ ਦਾ ਮਨ ਜਿਹੜਾ ਹੈਗਾ ਉਹ ਸਾਫ਼ ਨਹੀਂ ਹੋਊਗਾ, ਤੇ ਪੱਗਾਂ ਤੇ ਜਿਹੜੀਆਂ ਮਰਜ਼ੀ ਬੰਨੀ ਫਿਰੋ। ਬਾਬਾ ਫਰੀਦ ਨੇ ਵੀ ਸ਼ਾਇਦ ਕਿਹਾ ਸੀ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਰੂ ਵੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਕਾਂਗਰਸੀ ਚਿੱਟੇ ਕੱਪੜੇ ਪਾਈ ਫਿਰਦੇ ਆ, ਅਕਾਲੀ ਨੀਲੀਆਂ ਪਗੜੀਆਂ ਬੰਨੀ ਫਿਰਦੇ ਆ, ਪੀਲੇ ਸਾਫੇ ਪਾਈ ਫਿਰਦੇ। ਉਹ ਵੀ ਬਹੁਤ ਵੱਡੇ ਸਿੰਬਲ ਸੀਗੇ। ਉਹ ਗੁਰੂਆਂ ਦੀ ਲੈਗੇਸੀ ਦੀ ਗੱਲ ਕਰਦੇ ਆ, ਉਹ ਜਿਹੜੇ ਧਾਰਮਿਕ ਸ਼ਹੀਦਾਂ ਦੀ ਗੱਲ ਕਰਦੇ ਆ। ਮੈਨੂੰ ਲੱਗਦਾ ਕਿ ਹੁਣ ਸਮਾਂ ਆ ਗਿਆ ਕਿ ਸਿੰਬਲਾਂ ਤੋਂ ਅੱਗੇ ਜਾਣ ਦੀ ਲੋੜ ਹੈਗੀ ਆ। ਠੀਕ ਆ, ਤੁਸੀਂ ਭਗਤ ਸਿੰਘ ਦੀ ਉੱਥੇ ਫੋਟੋ ਲੱਗ ਜਾਣੀ ਚਾਹੀਦੀ ਆ, BR ਅੰਬੇਦਕਰ ਦੀ ਫੋਟੋ ਲੱਗ ਜਾਣੀ ਚਾਹੀਦੀ ਆ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜਾ ਫਾਦਰ ਆਫ ਨੇਸ਼ਨ ਆ ਉਹਨੂੰ ਨਗੇਟ ਕਿਉਂ ਕਰਦੇ ਹੋ। ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਰਾਜਨੀਤਿਕ ਪਾਰਟੀਆਂ ਸ਼ੁਰੂ ਹੋਇਆ ਵਾ ਕਿ ਜਿਹਨੂੰ ਅਸੀਂ ਫਾਦਰ ਆਫ ਨੇਸ਼ਨ ਕਹਿੰਦੇ ਆ, ਮਹਾਤਮਾ ਗਾਂਧੀ ਮਹਾਤਮਾ ਗਾਂਧੀ ਆ, ਉਹਨੂੰ ਇਹ ਨਗੇਟ ਕਰਦੇ ਲੱਗੇ ਆ। ਉਹ ਕਿਹੜੀ ਵਿਚਾਰਧਾਰਾ ਹੈ? ਸਭ ਤੋਂ ਪਹਿਲੇ ਕੰਮ RSS ਵਾਲਿਆਂ ਨੇ ਸ਼ੁਰੂ ਕੀਤਾ ਸੀਗਾ। ਮਹਾਤਮਾ ਗਾਂਧੀ ਨੂੰ ਸਾਰੀ ਦੁਨੀਆ ਪੂਜਦੀ ਆ। ਜਿੱਦਾਂ ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਕਰਦੇ ਆ, ਮਹਾਤਮਾ ਗਾਂਧੀ ਦੀ ਕੰਟਰੀਬਿਊਸ਼ਨ ਇਹ ਆ ਕਿ ਏਡੇ ਵੱਡੇ ਜ਼ਾਲਮ ਸਾਮਰਾਜ ਦੇ ਖਿਲਾਫ ਸਿਰਫ ਨੌਨ ਵਾਇਲੈਂਟ ਤਰੀਕੇ ਦੇ ਨਾਲ ਹੀ ਲੜਾਈ ਲੜੀ ਜਾ ਸਕਦੀ ਸੀ। ਪਰ ਕਿਉਂਕਿ ਤੁਹਾਨੂੰ ਲੱਗਦਾ ਕਿ ਮਹਾਤਮਾ ਗਾਂਧੀ ਅੱਜ, ਕਿਉਂਕਿ RSS ਦੀ ਡੋਮੀਨੈਂਸ ਹੈਗੀ ਆ, BJP ਦੀ ਹੈਗੀ ਆ, ਉਹ ਉਹਨੂੰ ਨਗੇਟ ਕਰਨ ਤੇ ਲੱਗੇ ਆ, ਤੁਸੀਂ ਮਹਾਤਮਾ ਗਾਂਧੀ ਨੂੰ ਪਰੇ ਕੱਢਤਾ। BR ਅੰਬੇਦਕਰ ਸਾਹਿਬ ਨੂੰ ਤੁਸੀਂ ਇਸ ਕਰਕੇ ਲੈ ਰਹੇ ਹੋ ਕਿ ਦਲਿਤਾਂ ਦੀ ਬਹੁਤ ਵੱਡੀ ਗਿਣਤੀ ਹੋ, ਸਿੰਬੋਲਿਕ ਹੈ। ਭਗਤ ਸਿੰਘ ਨੂੰ ਇਸ ਕਰਕੇ ਲੈ ਰਹੇ ਹੋ ਕਿ ਇਸ ਵੇਲੇ ਯੂਥ ਦੀ ਜਿਹੜੀ ਹੈਗੀ ਆ ਦੂਸਰੀ ਆਪਣੀ ਜਿਹੜੀ ਪਾਪੂਲੇਸ਼ਨ ਹੈ, ਵੋਟਰਸ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਭਗਤ ਸਿੰਘ ਉਹਨਾਂ ਦਾ ਆਈਕਨ ਹੈ। ਬਣਾ ਲਓ, ਕੋਈ ਹਰਜ ਨਹੀਂ ਹੈ, ਸਿੰਬਲ ਬਣਾਉਣਾ ਕੋਈ ਹਰਜ ਨਹੀਂ ਹੈ। ਮੈਂ ਤਾਂ ਵੀ ਦੇਖਿਆ ਕਿ ਕਈ ਸਰਕਾਰੀ ਦਫ਼ਤਰਾਂ ਦੇ ਵਿੱਚ ਬਾਬੇ ਨਾਨਕ ਦੀ ਫੋਟੋ ਲੱਗੀ ਹੁੰਦੀ ਹੈ, ਤਾਂ ਜਿਹੜਾ ਉੱਥੇ ਬੰਦਾ ਬੈਠਾ ਹੁੰਦਾ ਦਫ਼ਤਰ ਵਾਲਾ, ਕਰਪਸ਼ਨ ਕਰਦਾ, ਉਹ ਪੈਸੇ ਲੈਂਦਾ। ਉੱਥੇ ਫੋਟੋਆਂ ਗੁਰੂਆਂ ਦੀਆਂ ਲੱਗੀਆਂ ਹੁੰਦੀਆਂ। ਆਪਾਂ ਹੋਰ ਧਾਰਮਿਕ ਅਦਾਰਿਆਂ ਦੇ ਵਿੱਚ ਵੀ ਚੀਜ਼ਾਂ ਵੇਖਦੇ ਆ, ਸਕੂਲਾਂ 'ਚ ਵੀ ਦੇਖਦੇ ਆ। ਤਾਂ ਠੀਕ ਹੈ, ਕਹਿਣ ਲਈ ਬਹੁਤ ਚੰਗਾ ਲੱਗਦਾ ਹੈ, ਬਹੁਤ ਜੋਸ਼ ਆ, ਮੈਂ ਕਹਿੰਦਾ ਵੀ ਜੋਸ਼ ਹੈਗਾ ਵਾ, ਚੰਗੀ ਗੱਲ ਹੈ। ਪਰ ਤੁਸੀਂ ਮੈਨੂੰ ਇਸ ਗੱਲ ਤੇ ਥੋੜਾ ਜਿਹਾ ਹੈਰਾਨੀ ਹੋਈ ਸੀ ਵੀ ਮਹਾਤਮਾ ਗਾਂਧੀ ਨੂੰ ਕਿਉਂ ਨਗੇਟ ਕਰਦੇ ਆ। ਤੁਸੀਂ ਜੇ ਸਾਰਿਆਂ ਦੀ ਫੋਟੋ ਲਾ ਲਓ, ਆਪਣੀ CM ਵੀ ਲਾ ਲੇ, ਜੋ ਮਰਜ਼ੀ ਜਿਹਦੀ ਮਰਜ਼ੀ ਲਾ ਲਓ, ਪਰ ਉਹਦੇ ਵਿੱਚ ਜ਼ਿਆਦਾ ਸਾਨੂੰ ਕਲੈਰੀਫਾਈ ਕਰਨ ਵੀ ਅਸੀਂ ਮਹਾਤਮਾ ਗਾਂਧੀ ਦੇ ਪ੍ਰਿੰਸੀਪਲ ਨੂੰ ਮੰਨਦੇ ਕਿ ਨਹੀਂ ਮੰਨਦੇ, ਜਾਂ ਮਹਾਤਮਾ ਦੀ ਕੰਟਰੀ ਨੂੰ ਨਗੇਟ ਕਰਦੇ ਆ। ਤੇ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਇਸ ਵੇਲੇ ਕੰਪੀਟ BJP ਨਾਲ ਕਰ ਰਹੀ ਹੈ।
ਤਾਂ ਬੀਜੇਪੀ ਦਾ ਜਿਹੜਾ ਹਾਈਪਰ ਨੈਸ਼ਨਲਿਜ਼ਮ ਹੈਗਾ ਜਾਂ ਅਲਟਰਾ ਨੈਸ਼ਨਲਿਜ਼ਮ ਹੈਗਾ, ਉਹ ਵੀ ਬਹੁਤਾ ਲੰਮਾ ਸਮਾਂ ਨਹੀਂ ਚੱਲਣਾ। ਮੈਂ ਯੂਪੀ ਦੀ ਇਲੈਕਸ਼ਨ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ, ਤੁਸੀਂ ਪਾਰਲੀਮੈਂਟ ਦੀ ਇਲੈਕਸ਼ਨ ਦੇ ਰਿਜ਼ਲਟਸ ਦੇਖੋ। ਸਾਡੇ ਤਾਂ ਚਲੋ ਠੀਕ ਆ, ਲੋਕਾਂ ਨੇ ਬਹੁਤ ਖੁੱਲ੍ਹ ਕੇ ਮੈਂਡੇਟ ਦਿੱਤਾ, ਪਰ ਇਹ ਮੈਂਡੇਟ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ। ਇਹ ਟੋਕਨਿਜ਼ਮ ਤੱਕ ਸੀਮਿਤ ਰਹੂਗਾ। ਤੁਸੀਂ ਦੇਖਿਓ 2-3 ਮਹੀਨਿਆਂ ਤੱਕ, 4 ਮਹੀਨਿਆਂ ਤੱਕ, 6 ਮਹੀਨੇ ਨੂੰ ਦੇਣੇ ਚਾਹੀਦੇ ਆ। ਲੱਗਦਾ ਵੀ ਉਹ ਠੀਕ ਆ। ਬਹੁਤ ਜ਼ਿਆਦਾ ਲੀਕੇਜ ਸੀਗੀ, ਜੋ ਕਹਿੰਦੇ ਨਾ ਪੀਪੇ ਦੇ ਵਿੱਚ ਲੀਕੇਜ ਬਹੁਤ ਸੀਗੀ, ਸਾਰੇ ਖਾਣ ਤੇ ਲੱਗੇ ਸੀਗੇ ਹੈ। ਬਦਨਾਮੀ ਇੰਨੀ ਹੋ ਗਈ, ਇਲੈਕਟਡ ਰਿਪਰੈਜ਼ੈਂਟੇਟਿਵ ਦੇ ਉੱਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀਗਾ। ਇਹ ਲੋਕਾਂ ਲਈ ਇੱਕ ਕਿਸਮ ਦੇ ਦੈਂਤ, ਲੋਕੀ ਇਹਨਾਂ ਨੂੰ ਦੈਂਤ ਸਮਝਦੇ ਸੀਗੇ। ਇੰਨਾ ਜ਼ਿਆਦਾ, ਮੈਂ ਤਾਂ ਪਿਛਲੇ 2-3 ਮਹੀਨਿਆਂ ਤੋਂ ਇਹੀ ਕੰਮ ਲੋਕਾਂ 'ਚ ਵਿਚਰਦਾ ਰਿਹਾ। ਇੰਨੀ ਜ਼ਿਆਦਾ ਨਫ਼ਰਤ ਭਰੀ ਸੀ, ਇਸੇ ਕਰਕੇ ਮੈਂ ਬਹੁਤ ਸ਼ੋਰ ਸੀਗਾ ਵੀ ਇਹ 2/3 ਤੋਂ 3/4 ਤੱਕ ਇਹਨਾਂ ਨੂੰ ਜਿਹੜਾ ਹੈਗਾ, ਇਹਨਾਂ ਨੂੰ ਸੀਟਾਂ ਮਿਲਣਗੀਆਂ। ਕਿਉਂਕਿ ਨੈਸ਼ਨਲ ਟੀਵੀ ਦੇ ਉੱਤੇ 28 ਜਨਵਰੀ ਤੋਂ ਕਹਿ ਰਿਹਾ ਬਾਰ-ਬਾਰ, 10 ਤਰੀਕ ਨੂੰ 7 ਵਜੇ ਓਪਨਿੰਗ ਵਰਡ ਮੇਰੇ ਸੀਗੇ ਕਿ 2/3 ਤੇ 3/4 ਦੇ ਵਿੱਚ। ਤੋ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਕੱਢਣੇ ਵੱਡੇ ਜਿਹੜੇ ਸੋ ਕਾਲਡ ਦੈਂਤ ਸੀਗੇ, ਉਹਨਾਂ ਨੂੰ ਡਾਤਾ। ਇਹ ਸੋ ਕਾਲਡ ਜਿਹੜੇ ਖਾਨਦਾਨੀ ਰਾਜਨੀਤੀ ਵਿੱਚ ਲੋਕਾਂ ਦੀ ਬਹੁਤ ਨਫ਼ਰਤ ਸੀ। ਇਹ ਲੋਕਾਂ ਲਈ ਇੱਕ ਕਿਸਮ ਦੇ ਵਿਲੀਅਨ ਬਣ ਕੇ ਬਹਿ ਗਏ ਸੀ। ਉਹਨੇ ਜੋ ਚੰਗੇ ਥੋੜੇ ਬਹੁਤੇ ਬਚ ਵੀ ਗਏ, ਹੋ ਸਕਦਾ ਚੰਗੇ ਥੋੜੇ ਬਹੁਤੇ ਨਾ ਰੋੜ ਵੀ ਗਏ, ਆਟੇ ਨਾਲ ਘੁਲ ਵੀ ਫਿਰ ਜਾਂਦਾ। ਪਰ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਹੁਣ ਸਿਰਫ ਸਿੰਬਲ ਤੱਕ ਨਹੀਂ ਹੈ ਕਿ ਡੀਸੀ ਦੇ ਦਫ਼ਤਰ ਦੇ ਵਿੱਚ ਭਗਤ ਸਿੰਘ ਦੀ ਫੋਟੋ ਲਾ ਦਿਓ ਜਾਂ ਬਾਬਾ ਬੀ ਆਰ ਅੰਬੇਦਕਰ ਦੀ ਲਾ ਦਿਓ, ਬਹੁਤ ਚੰਗੀ ਗੱਲ ਹੈ। ਚੀਫ ਮਿਨਿਸਟਰ ਦੀ ਫੋਟੋ ਨਹੀਂ ਹੋਊਗੀ, ਪਰ ਜੇ ਚੀਫ ਮਿਨਿਸਟਰ ਸਾਹਿਬ ਨੇ ਹਮੇਸ਼ਾ ਹੀ ਵੱਡੇ ਐਡਵਰਟਾਈਜ਼ਮੈਂਟਾਂ ਦੇ ਵਿੱਚ, ਜਿਹੜਾ ਉਹਦੇ ਵਿੱਚ ਅਖਬਾਰਾਂ ਦੇ ਵਿੱਚ ਜਾਂ ਟੀਵੀਆਂ ਤੇ ਆਈ ਜਾਣਾ, ਤੇ ਫਿਰ ਮੈਨੂੰ ਲੱਗਦਾ ਉਹਦੇ ਨਾਲ ਚੰਗੀ ਗੱਲ ਆ ਵੀ ਤੁਸੀਂ ਫੋਟੋ ਇੱਕ ਵਾਰੀ ਲਾ ਦਿਓ ਉਹਦੇ ਵਿੱਚ, ਤੇ ਉਹ ਤੇ ਖਰਚਾ ਨਹੀਂ ਕੋਈ ਆਊਗਾ। ਤੇ ਜੇ ਤੁਸੀਂ ਇਹ ਪਾਸੇ ਲਾਓਗੇ ਤੇ ਫਿਰ ਉਹ ਤਾਂ ਬਹੁਤ ਮਹਿੰਗਾ ਕੰਮ ਹੈਗਾ। ਤੇ ਬਾਕੀ ਫਿਰ ਮੈਂ ਬਾਰ-ਬਾਰ ਇਹ ਗੱਲ ਕਹਿਣਾ ਵਾ, ਇਹਨਾਂ ਨੂੰ ਮੌਕਾ ਦਿਓ। ਇਹ ਜੇ ਬਹੁਤ ਸੰਭਲ ਕੇ ਚੱਲਣਗੇ ਠੀਕ ਆ। ਜੇ ਇਹਨਾਂ ਨੇ ਗਲਤੀਆਂ ਕੀਤੀਆਂ, ਕਿਉਂਕਿ ਇਹਨਾਂ ਦੇ ਖਿਲਾਫ ਬਹੁਤ ਸਾਰੇ ਇਸ਼ੂਸ ਹੈਗੇ, ਲੋਕਾਂ ਨੇ ਹੁਣ ਸਾਰੇ ਇਸ਼ੂ ਸੁੱਟਤੇ। ਕਿਸਾਨਾਂ ਨੇ ਬਹੁਤ ਡਟ ਕੇ ਮਦਦ ਕੀਤੀ ਆ, ਲੇਡੀਜ਼ ਨੇ ਬਹੁਤ ਡਟ ਕੇ ਮਦਦ ਕੀਤੀ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ। ਉਹ ਵੋਟ ਪੋਜ਼ਿਟਿਵ ਵੀ ਹੋ ਸਕਦੀ ਆ, ਪਰ ਜਦੋਂ ਅਸੀਂ ਐਨਾਲਿਸਿਸ ਕਰਾਂਗੇ ਉਹ ਵੋਟ ਥੋੜੀ ਬਾਈ ਡਿਫਾਲਟ ਇਸ ਕਰਕੇ ਆ ਕਿ ਦੂਸਰੀਆਂ ਪਾਰਟੀਆਂ ਨੂੰ ਲੋਕੀ ਬਹੁਤ ਨਫ਼ਰਤ ਕਰਦੇ ਸੀ, ਔਰ ਉਹਦੇ ਵੱਡੇ ਚਿਹਰੇ ਜਿਹੜੇ ਸੀਗੇ, ਜਿਹੜੇ ਬਹੁਤ ਆਰਟੀਕੂਲੇਟ ਸੀਗੇ, ਉਹਨਾਂ ਨੂੰ ਕੱਖਾਂ ਵਾਂਗ ਰੋਲ ਕੇ ਲੋਕਾਂ ਨੇ ਰੱਖ ਦਿੱਤਾ, ਇਹ ਸੋਚ ਕੇ ਕਿ ਲੋਕੀ ਨਵਾਂ ਨਿਜ਼ਾਮ ਚਾਹੁੰਦੇ ਆ। ਨਵੇਂ ਨਿਜ਼ਾਮ 'ਚ ਉਹਨਾਂ ਨੇ ਪਾਰਟੀ ਨੂੰ, ਉਹਨਾਂ ਦੀ ਇਮੈਜੀਨੇਸ਼ਨ ਸੀ ਆਲਟਰਨੇਟਿਵ ਪੋਲਿਟਿਕਸ ਦਾ, ਉਹਨਾਂ ਦੀ ਇਮੈਜੀਨੇਸ਼ਨ। ਦੋ ਚੀਜ਼ਾਂ ਹੁੰਦੀਆਂ, ਪਾਰਟੀਆਂ ਤਾਂ ਬਦਲਦੀਆਂ ਹੁੰਦੀਆਂ, ਅਕਾਲੀ ਆ ਗਏ, ਕਾਂਗਰਸੀ ਆ ਗਏ, ਦੂਸਰੇ ਤੀਸਰੇ ਆ ਗਏ। ਇਹ ਹੁਣ ਨਵੀਂ ਪਾਰਟੀ ਵੀ ਆਈ ਆ, ਪਰ ਇਹ ਆਲਟਰਨੇਟਿਵ ਪੋਲਿਟਿਕਸ ਦੀ ਗੱਲ ਕਰਦੇ ਆ। ਜਿੱਦਾਂ ਕਹਿੰਦੇ ਵੀ ਅਸੀਂ ਸਫਾਈ ਕਰਾਂਗੇ, ਹੈਲਥ ਦੇ ਉੱਤੇ ਫੋਕਸ ਕਰਾਂਗੇ, ਐਜੂਕੇਸ਼ਨ ਤੇ ਫੋਕਸ ਕਰਾਂਗੇ, ਗੁੰਡਾਗਰਦੀ ਰੋਕਾਂਗੇ, ਮਾਫੀਆ ਰੋਕਾਂਗੇ, ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ, ਕਰਪਸ਼ਨ ਰੋਕਾਂਗੇ। ਪਰ ਮੈਂ ਉਸ ਦਿਨ ਮੰਨੂਗਾ ਜਿਸ ਦਿਨ ਕਰਪਸ਼ਨ ਨੂੰ ਰੋਕਣ ਦੇ ਇਹ ਕੋਈ ਨਾ ਕੋਈ ਨਵੇਂ ਅੰਜਾਰ ਪੈਦਾ ਕਰਨਗੇ। ਇਸੇ ਤਾਂ ਉਹ ਨਹੀਂ ਵੀ ਉਹ ਤਹਿਸੀਲਦਾਰ ਕੋਲ ਚੱਲ ਜਾਓ ਰਜਿਸਟਰੀ ਕਰਾਉਣ ਵਾਸਤੇ, ਤੋਂ ਪੈਸੇ ਵੀ ਲੈਣ ਦੇ ਤੇ ਮੂੰਹ ਪਰਲੇ ਪਾਸੇ ਵੱਲ, ਥਾਣੇਦਾਰ ਲਿਖਦਾ ਕੁਛ ਨਹੀਂ, ਇਹ ਕਰਨ ਉੱਥੇ ਲਿਖ ਕੇ ਲਾਉਣ। ਉਹਦੇ ਵਿੱਚੋਂ ਬੰਦੇ ਦੇ ਘਰ ਮੈਸੇਜ ਆਵੇ ਵੀ ਤੇਰਾ ਇੰਨਾ ਖਰਚਾ ਸੀਗਾ, ਇੰਨਾ ਖਰਚਾ ਹੋਇਆ। ਦਿੱਲੀ 'ਚ ਇਹਨਾਂ ਕੀਤਾ ਸੀਗਾ, ਦਿੱਲੀ 'ਚ ਇਹਨਾਂ ਨੇ ਹਾਈਵੇ ਤੇ ਲਾਏ ਵੀ ਜੇ ਬੰਦਾ ਤੁਹਾਨੂੰ ਕੋਈ ਕਰਪਸ਼ਨ ਮੰਗਦਾ ਸਾਨੂੰ ਦੱਸੋ। ਅਜੇ ਇਹ ਲੋਕਾਂ ਨੂੰ 2-4-6 ਮਹੀਨੇ ਚ ਨਿਕਲ ਲੱਗੇ ਹੋਣਗੇ। ਸਾਫ਼ ਹੋ ਸਕਦਾ ਬਸ਼ਰਤੇ ਕਿ ਇਹਨਾਂ 'ਚ ਇੱਕ ਵਿਲ ਹੋਵੇ। ਮੌਕਾ ਬਹੁਤ ਤਕੜਾ ਮਿਲਿਆ। ਹਾਂ, ਇਹ ਜ਼ਰੂਰ ਹੈਗਾ ਕਿ ਜੇ ਇੱਥੋਂ ਇਹ ਚੰਗੀ ਸ਼ੁਰੂਆਤ ਹੋ ਜਾਂਦੀ ਆ, ਕਾਂਗਰਸ ਵੀਕ ਹੋ ਰਹੀ ਆ, ਕਾਂਗਰਸ ਦਾ ਸਟਰਕਚਰ ਡਾਊਨ ਹੋ ਰਿਹਾ ਹੈ। ਬੀਜੇਪੀ ਵੀ ਇਸ ਗੱਲ ਤੋਂ ਡਰਦੀ ਆ। ਕਾਂਗਰਸ ਨੂੰ ਨਜਿੱਠਣਾ ਬੀਜੇਪੀ ਵਾਸਤੇ ਬਹੁਤ ਵੱਡਾ ਨਹੀਂ ਹੈ, ਪਰ ਜੇ ਇਹ ਤਕੜੇ ਹੁੰਦੇ ਆ ਤੇ ਫਿਰ ਬੀਜੇਪੀ ਦਾ ਵੀ ਜਿਹੜਾ ਹੈਗਾ ਬਹੁਤ ਵੱਡਾ ਚੈਲੰਜ ਖੜਾ ਹੋਊਗਾ। ਤੇ ਜੇ ਇਹ ਬਿਗਨਿੰਗ ਪੰਜਾਬ ਤੋਂ ਸ਼ੁਰੂ ਹੋਈ ਆ, ਇਹਦਾ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ। ਕੋਈ ਵੀ ਮੂਵਮੈਂਟ ਜਿਹੜੀ ਇਤਿਹਾਸ ਦੇ ਵਿੱਚ ਪੰਜਾਬ ਤੋਂ ਸ਼ੁਰੂ ਹੋਈ ਆ, ਉਹਨੇ ਅਲਟੀਮੇਟਲੀ ਲੌਜੀਕਲ ਐਂਡ ਤੱਕ ਗਈ ਆ। ਤੋ ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਇਹ ਹੈਗੀ ਆ ਕਿ ਟੋਕਨਿਜ਼ਮ ਤੋਂ ਬਾਹਰ ਨਿਕਲ ਕੇ ਮੁੱਦਿਆਂ ਦੇ ਉੱਤੇ, ਇਹ ਠੀਕ ਆ ਜਿਹਨਾਂ ਕੋਲ ਬਹੁਤ ਸਿਆਣੇ ਬੰਦੇ ਆ, ਪਰ ਉਹ ਸਿਆਣੇ ਬੰਦੇ ਕਿਹੜੇ ਹੈਗੇ ਆ? ਕੀ ਤਾਕਤ ਪੰਜਾਬ ਦੇ ਕੋਲ ਹੀ ਰਹਿੰਦੀ ਆ? ਜਿਹੜੇ ਸ਼ਾਇਦ ਤੁਹਾਡਾ ਸਵਾਲ ਵੀ ਹੋਵੇ ਵੀ ਉਹ ਤਾਕਤ ਕਿੱਥੇ ਯੂਜ਼ ਕੀਤੀ ਜਾਊਗੀ। ਤੋ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਇਮਤਿਹਾਨ ਆ। ਜੀ ਬਿਲਕੁਲ। ਪ੍ਰੋਫੈਸਰ, ਜਦੋਂ ਤੁਸੀਂ ਕਹਿੰਦੇ ਆਪ ਕੋਈ ਵੀ ਮੂਵਮੈਂਟ ਖੜੀ ਹੋਈ ਉਹਦਾ ਲੌਜੀਕਲ ਐਂਡ ਹੁੰਦਾ, ਪਰ ਕਿਸਾਨੀ ਅੰਦੋਲਨ ਦੇਖੋ ਤੁਸੀਂ, ਇੱਕ ਤਾਂ ਤੁਸੀਂ ਕਹਿ ਰਹੇ ਸੀ ਕਿ ਕਿਸਾਨਾਂ ਦੀ ਜਿਹੜੀ ਮੂਵਮੈਂਟ ਹੈ ਉਹਦਾ ਇਹਨਾਂ ਨੂੰ ਫਾਇਦਾ ਮਿਲਿਆ, ਉਹਦਾ ਫਾਇਦਾ ਕਿਸਾਨਾਂ ਨੂੰ ਕਿਉਂ ਨਹੀਂ ਮਿਲਿਆ? ਦੂਜਾ ਇਹ ਦੇਖੋ, ਇਹਨਾਂ ਨੇ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕੀਤੀ, ਉਹ 'ਚ ਕਾਫੀ ਇਹਨਾਂ ਦਾ ਰੌਲਾ ਰੱਪਾ ਰਿਹਾ। ਉਸ ਤੋਂ ਬਾਅਦ ਫਿਰ ਪ੍ਰੈਸ ਕਾਨਫਰੰਸਾਂ ਵੀ ਵੱਖੋ ਵੱਖਰੇ ਧੜੇ ਬਣਾ ਕੇ ਕੀਤੀ ਗਈ। ਹਾਲਾਂਕਿ ਨਿਸ਼ਾਨਾ ਇੱਕੋ ਹੀ ਆ ਕਿ MSP ਕਿੱਦਾਂ ਲੈਣੀ ਆ,
ਜਾਂ ਜਿਹੜੀਆਂ ਪੰਜਾਬ ਵਾਲੀਆਂ ਧਿਰਾਂ ਨੇ ਉਹ ਕਹਿੰਦੇ ਕਿ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਅਸੀਂ ਕਿੱਦਾਂ ਕਰਨੀ ਹੈ, ਟਰੈਕਟਰ ਕਿਵੇਂ ਲੈ ਕੇ ਜਾਣਾ, ਇਹ ਸਾਰਾ ਕੁਝ ਹੈ। ਤਾਂ ਫਿਰ ਲੋਕ ਕਿੱਦਾਂ ਯਕੀਨ ਕਰਨਗੇ ਇਹਨਾਂ ਤੇ ਜੇ ਇਸੇ ਤਰ੍ਹਾਂ ਟੁੱਟੇ ਰਹਿਣਗੇ? ਨਹੀਂ ਵੇਖੋ, ਮੈਂ ਬਹੁਤ ਪਹਿਲੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਹੁਤ ਠੋਕ ਆਰਟੀਕਲ ਲਿਖਿਆ ਸੀਗਾ ਕਿ ਇਹਨਾਂ ਨੂੰ ਆਪਣੇ ਅੰਦੋਲਨ ਤੱਕ ਤੇ ਏਜੰਡਾ ਬਣਾਉਣ ਤੱਕ ਰਹਿਣਾ ਚਾਹੀਦਾ। ਕਿਸਾਨਾਂ ਨੂੰ ਏਜੰਡਾ ਬਣਾਉਣਾ ਚਾਹੀਦਾ। ਮੇਰੇ ਖਿਆਲ ਲੱਗਦਾ ਵੀ ਕਿਸਾਨ ਵੀ ਜਿਹੜੇ ਕੁਝ ਲੀਡਰ ਸੀਗੇ ਉਹ 2-4 ਵਾਰੀ ਵਿਗਿਆਨ ਭਵਨ ਦੇ ਵਿੱਚ ਗਏ ਆ, ਚੀਫ ਮਿਨਿਸਟਰ ਦਾ ਮੂੰਹ ਮਿੱਠਾ ਉਹਨਾਂ ਕਰਾਇਆ ਵਾ ਤੇ ਉਹਨੇ ਚੀਫ ਮਿਨਿਸਟਰ ਨੇ ਮੂੰਹ ਮਿੱਠਾ ਕਰਾਇਆ। ਇਸ ਗਲੈਮਰਸ ਵਰਲਡ ਦੇ ਵਿੱਚ ਟਰੈਪ ਹੋ ਗਿਆ। 1-2 ਕਿਸਾਨ ਜਥੇਬੰਦੀਆਂ ਹੈਗੀਆਂ, ਮੈਨੂੰ ਪਤਾ ਵੀ ਉਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਸੀ ਜਿਹੜੀਆਂ ਉਹਨਾਂ ਨੂੰ ਧੱਕ ਰਹੀਆਂ ਸੀ, ਔਰ ਉਹਨਾਂ ਨੇ ਜ਼ੀਰੋ ਹੋਣਾ ਹੀ ਹੋਣਾ ਸੀਗਾ। ਆਪਣੀ ਸਟੇਟ 'ਚ ਉਹਨਾਂ ਦਾ ਬਣਿਆ ਕੱਖ ਨਹੀਂ। ਉਹ ਇਸ ਪਾਸੇ ਲਾਣ ਕੇ ਇੱਕ ਨਵਾਂ ਸ਼ੋਸ਼ਾ ਛੱਡਣਾ ਸ਼ੁਰੂ ਕੀਤਾ ਸੀਗਾ। ਔਰ ਜਿਹੜਾ ਤੁਹਾਨੂੰ ਲੱਗਦਾ ਸੀ ਉਦੋਂ ਕੁਝ ਲੋਕਾਂ ਨੇ ਵੀ ਕੀਤਾ ਵੀ ਉਹ ਫਲਾਨਾ ਆ ਗਿਆ ਜੀ, ਫਲਾਨਾ ਜਿੱਤ ਜਾਊਗਾ, ਢੀਂਗੜਾ ਜਿੱਤ ਜਾਊਗਾ, ਉਹ ਬੰਦੇ ਦਾ ਜਿਹੜਾ ਹੈਗਾ ਡੈਥ ਹੋ ਗਈ ਆ ਐਕਸੀਡੈਂਟ ਦੇ ਵਿੱਚ, ਉਹਦਾ ਬੜਾ ਅਸਰ ਪਊਗਾ। ਇਹ ਗੱਲਾਂ ਇੱਦਾਂ ਹੁੰਦੀਆਂ ਨੇ। ਕਿਸਾਨ ਧਿਰ ਵੰਡੇ ਸੀ, ਜਿਹੜੀ ਡੋਮੀਨੈਂਟ ਧਿਰ ਹੈਗੀ ਆ, ਮੈਂ ਬਾਰ-ਬਾਰ ਕਹਿਣਾ ਵਾ, ਉਹ ਇਹਦੇ ਖਿਲਾਫ ਸੀਗੀ। ਹੌਲੀ ਹੌਲੀ ਇਹ ਪਿਛਾਂਹ ਹਟਣਾ ਸ਼ੁਰੂ ਕਰਤਾ ਔਰ ਇਹਨਾਂ ਨੇ ਵੀ ਉਹੀ ਨਿਜ਼ਾਮ ਬਣਾਉਣ ਦੀ ਕੋਸ਼ਿਸ਼ ਕੀਤੀ ਬਿਨਾਂ ਕਿਸੇ ਤੋਂ। ਔਰ ਇਹੀ ਹਾਲ ਹੋਣਾ ਸੀਗਾ। ਜਮਾਤ ਮੈਨੂੰ ਨਹੀਂ ਪਤਾ ਕਿ ਇਹਦੀ ਬਚੀ ਆ ਕਿ ਨਹੀਂ ਬਚੀ ਉਹਦੇ ਵਿੱਚੋਂ ਕਰਕੇ। ਜਿਸ ਤਰੀਕੇ ਇਹਨਾਂ ਨੇ ਕੰਮ ਕੀਤੀ, ਇੱਦਾਂ ਪਾਰਟੀਆਂ ਨਹੀਂ ਬਣਦੀਆਂ। ਤਾਂ ਇਲੈਕਸ਼ਨ ਤੇ ਤੁਸੀਂ ਲੜ ਸਕਦੇ ਹੋ, ਪਰ ਉਸ ਤੋਂ ਬਾਅਦ ਜਿੱਲਤ ਹੀ ਬਾਹਰ ਸਾਹਮਣੇ ਆ ਸਕਦੀ ਉਹਦੇ ਵਿੱਚ। ਔਰ ਜੋ ਖੱਟਿਆ ਕੀ ਤਜਰਬਾ ਹੈਗਾ ਸੀ, ਮੈਨੂੰ ਟਕੈਤ ਨੇ ਵੀ ਲੜ ਕੇ ਵੇਖੀ ਸੀਗੀ। ਹੋਰ ਬਹੁਤ ਸਾਰੇ ਇੱਦਾਂ ਦੇ ਹੈਗੇ ਜਿਨ੍ਹਾਂ ਨੇ ਲੜ ਕੇ ਵੇਖੀ ਸੀਗੀ, ਜਿਨ੍ਹਾਂ 'ਚ ਇਹ ਪ੍ਰੋਸੈਸ ਚੱਲ ਰਿਹਾ ਸੀਗਾ। ਮੈਨੂੰ ਲੱਗਦਾ ਕਿ ਉਹਨਾਂ ਦਾ ਸੀਗਾ ਕਿ 24 ਨੂੰ ਆਪਣਾ ਏਜੰਡਾ ਬਣਾ ਰਿਹਾ ਸੀ ਵੀ 24 ਤੱਕ ਜਾ ਕੇ ਕੋਈ ਨਾ ਕੋਈ ਆਪਾਂ ਹਿੰਮਤ ਮਾਰਾਂਗੇ। ਪਰ ਚਲੋ ਇਹ ਵਿੱਚੋਂ ਪੈ ਗਏ, ਇਹਨਾਂ ਨੇ ਸਵਾਦ ਵੇਖ ਲਿਆ। ਪਰ ਮੈਨੂੰ ਲੱਗਦਾ ਵੀ ਇਹਦੀ ਜਿਹੜੀ ਸੱਟ ਵੱਜੀ, ਜਿਹੜੇ ਲੀਡਰ ਹੈਗੇ ਜਿਹੜੇ ਬਹੁਤ ਜਿਹੜੇ ਇਹ ਇਲੈਕਸ਼ਨ ਵਾਲੇ ਲੀਡਰ ਸੀ, ਉਹਨਾਂ ਦੀ ਬਹੁਤ ਵੱਡੀ ਸੈਟਬੈਕ ਹੈਗੀ ਆ। ਕਿਉਂਕਿ ਜਦੋਂ ਇਲੈਕਸ਼ਨ ਲੜ ਰਹੇ ਸੀਗੇ ਉਹਨਾਂ ਬਾਰੇ ਵੀ ਬੜੀਆਂ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਨਾ ਪਬਲਿਕ ਡੋਮੇਨ ਦੇ ਵਿੱਚ ਗੱਲਾਂ ਆ ਰਹੀਆਂ ਸੀਗੀਆਂ। ਚਲੋ ਉਹ ਆਪਾਂ ਗੱਲ ਛੱਡ ਦਈਏ। ਅਗਲਾ ਸਵਾਲ ਹੈ, ਕਿਸਾਨਾਂ ਨੇ ਵੋਟ ਇਹਨਾਂ ਨੂੰ ਨਹੀਂ ਸੀ ਪਾਉਣੀ। ਕਿਸਾਨ ਇਸ ਵੇਲੇ ਵੋਟਰ ਜਿਹੜਾ ਵਾ ਆਟੋਨਮਸ ਵਾ, ਸਮਝੋ ਇੰਡੀਪੈਂਡੈਂਟ ਹੈਗਾ, ਆਟੋਨਮਸ ਹੈਗਾ, ਉਹਦੀ ਸਮਝ ਹੈਗੀ ਆ। ਕਿਸੇ ਬਾਬੇ ਦਾ ਡੇਰਾ ਕੰਮ ਨਹੀਂ ਆਇਆ, ਕੋਈ ਮੰਨਣ ਨੂੰ ਤਿਆਰ ਨਹੀਂ ਸੀਗਾ। ਕੋਈ ਜਾਤ ਪਾਤ ਕੰਮ ਨੂੰ ਨਹੀਂ ਆਈ ਉਹਦੇ ਵਿੱਚੋਂ, ਕੋਈ ਵੱਡੀ ਜ਼ਗੀਰਦਾਰੀ ਜ਼ਿਮੀਂਦਾਰੀ ਕੰਮ ਨਹੀਂ ਆਈ। ਬਹੁਤ ਸਾਰੇ ਪੈਸੇ, ਤੁਸੀਂ ਤਾਂ ਪੱਤਰਕਾਰ ਬਹੁਤ ਸਿਆਣੇ ਪੱਤਰਕਾਰ ਹੋ, ਕਿੰਨਾ ਪੈਸਾ ਵੰਡਿਆ ਇਹਨਾਂ ਨੇ। ਸ਼ਰਾਬ ਵੀ ਵੰਡੀ ਆ, ਲੋਕਾਂ ਨੇ ਇਹਨਾਂ ਕੋਲ ਪੈਸੇ ਵੀ ਲਏ ਆ। ਇੱਕ ਮੈਂ ਐਗਜ਼ਾਮਪਲ ਦੇ ਸਕਦਾ, ਇੱਕ ਅਸੀਂ ਸਾਡੇ ਸਟੱਡੀ ਦੇ ਵਿੱਚ ਆਏ ਸੀਗੇ, ਉਹ 6 ਵੋਟਾਂ ਸੀਗੀਆਂ। ਉਹਨੇ ਪ੍ਰਾਈਵੇਟਲੀ ਸਾਨੂੰ ਗੱਲ ਦੱਸੀ ਆ, ਕਹਿੰਦਾ ਮੈਨੂੰ ਸਹੁੰ ਪਵਾਈ ਆ ਕਿ ਵੋਟ ਇਸ ਪਾਰਟੀ ਨੂੰ ਪਾਉਣੀ ਆ। ਕਹਿੰਦਾ ਮੈਂ ਸਹੁੰ ਖਾਧੀ, ਪੈਸੇ ਇਹਨਾਂ ਦਿੱਤੇ ਸਾਨੂੰ। ਕਹਿੰਦਾ ਪਰ ਇਹ ਆ ਵੀ ਮੇਰੇ 5 ਜੀਆਂ ਨੇ ਵੋਟ ਦੂਸਰੇ ਪਾਸੇ ਪਾਈ ਆ, ਮੈਂ ਸਹੁੰ ਖਾਧੀ, ਮੈਂ ਵੋਟ ਉਹਨਾਂ ਨੂੰ ਪਾਤੀ। ਇਹ ਆ ਵੋਟਰਾਂ ਦਾ ਇਸ ਵੇਲੇ ਅਸੀਂ ਲੰਬੇ ਸਮੇਂ ਤੋਂ ਵੇਖ ਰਹੇ ਹਾਂ। ਜਿਹੜਾ ਦਿੰਦਾ ਪੈਸੇ ਲਈ ਜਾਂਦਾ, ਕਿਸੇ ਨੂੰ ਨਾਰਾਜ਼ ਨਹੀਂ ਕਰਦੇ। ਡੇਰਿਆਂ ਦੇ ਜਿਹੜੇ ਵਿਚਾਰੇ ਆਮ ਬੰਦੇ ਹੈਗੇ, ਉਹਨਾਂ ਨੇ ਵੀ ਪਿੰਡਾਂ 'ਚ ਰਹਿਣਾ ਹੁੰਦਾ। ਮੇਰੇ ਆਪਣੇ ਪਿੰਡ ਦੀ ਐਗਜ਼ਾਮਪਲ ਹੈਗੀ, ਉੱਥੇ ਇੱਕ ਡੇਰੇ ਵਾਲੇ ਜ਼ੋਰ ਲਾ ਕੇ ਮਰ ਗਏ ਵੀ ਉਹ ਜਿਹੜਾ ਵੱਡਾ ਡੇਰਾ ਸੀਗਾ ਉਹਦੇ ਚੌਧਰੀ ਆਏ ਸੀ ਵੀ ਇਹਨੂੰ ਵੋਟ ਪਾਓ। ਲੋਕੀ ਉੱਠ ਕੇ ਖੜੇ ਹੋ ਗਏ ਉਹਨਾਂ ਦੇ ਪੈਰੋਕਾਰ। ਇਹ ਬੰਦਾ ਤੇ ਕਰਪਟ ਆਦਮੀ ਆ, ਇਹਨੂੰ ਵੋਟ ਕਿਉਂ ਪਾਈਏ। ਸੋ ਮੇਰਾ ਕਹਿਣ ਤੋਂ ਭਾਵ ਹੈ, ਕਿਸਾਨ ਤਾਂ ਬਹੁਤ ਜ਼ਿਆਦਾ ਪੋਲੀਟੀਕਲ ਅਵੇਅਰ ਆ। ਉਹ ਕਿਉਂ ਇਹਨਾਂ ਦੇ ਨਾਲ ਜਾਂਦੇ ਜਦੋਂ ਪਤਾ ਸੀ ਇਹਨਾਂ ਨੇ ਕਿਸੇ ਪਾਸੇ ਨਹੀਂ ਲਾਉਣਾ, ਅੱਧੇ ਪਿੱਛੇ ਤੇ ਰਹਿ ਜਾਂਦੇ। ਹੁਣ ਕਿਸਾਨ ਜਿਹੜੇ ਹੈਗੇ ਬਹੁਤ ਕਲੀਅਰ ਆ ਪੰਜਾਬ ਦੇ ਮੁੱਦਿਆਂ ਦੇ ਉੱਤੇ। ਉਹ ਸਿੱਧਾ ਇਹਨਾਂ ਦੀ ਧੌਣ ਤੇ ਗੋਡਾ ਦੇਣਗੇ, ਭਾਈ ਤੁਹਾਨੂੰ ਅਸੀਂ ਪਾਈਆਂ ਵੋਟਾਂ। ਬਹੁਤ ਕਲੀਅਰ ਆ ਕਮਿਸ਼ਨ ਕਰੇ। ਮਾਲਵੇ ਦੇ ਵਿੱਚ 45% ਜਿਹੜਾ ਮੈਂ ਧਰਮ ਦੇ ਨਾਂ ਤੇ ਗੱਲ ਕਰਾਂ, ਮਾਲਵੇ ਦੇ ਵਿੱਚ 45% ਸਿੱਖਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਆ, ਕੱਲੀ ਨੂੰ। ਬਾਕੀ 4 ਵੱਖਰੇ ਪਾਸੇ ਰੱਖ ਲਓ। ਜਦੋਂ 45% ਵੋਟ ਪੈ ਜਾਂਦੀ ਆ, ਹਨੇਰੀ ਆ ਜਾਂਦੀ ਆ। ਦੁਆਬੇ 'ਚ ਘੱਟ, ਅਸੀਂ ਲਿਖਾਂਗੇ ਥੋੜਾ ਜਿਹਾ ਡਾਟਾ ਸੈੱਟ ਕੋਈ ਜਿਹੜਾ ਕੁਝ ਮੈਂ ਡਾਟਾ ਛਾਪਿਆ ਵੀ ਉਹਦੇ ਵਿੱਚ ਆਪਣਾ ਹਿੰਦੂ ਦੇ ਵਿੱਚ ਆਇਆ, ਕੋਈ ਹਿੰਦੁਸਤਾਨ ਟਾਈਮ 'ਚ ਆ ਰਿਹਾ ਬੇਸਿਸ ਦੇ ਉੱਤੇ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ, ਕਿਸਾਨ ਜਾਂ ਹੋਰ ਕੋਈ ਹੋਵੇ, ਜਿਹੜਾ ਵੀ ਵਿਅਕਤੀ ਹੋਵੇ, ਉਹ ਦੇਖਦਾ ਕਿ ਕਿਹੜੀ ਧਿਰ ਜਿਹੜੀ ਇਸ ਵੇਲੇ ਵਾਇਬਲ ਹੈਗੀ ਆ, ਕਿਹੜੀ ਧਿਰ ਆਲਟਰਨੇਟਿਵ ਹੈ। ਹੋ ਸਕਦਾ ਕੱਲ ਨੂੰ ਜੇ ਅਕਾਲੀ ਠੀਕ ਕਰਨਾ ਸ਼ੁਰੂ ਕਰ ਦੇਣ, ਕਾਂਗਰਸ ਦਾ ਦੇਸ਼ ਕਰਕੇ ਨਹੀਂ ਕਿਹਾ ਜਾ ਸਕਦਾ ਵੀ ਕਾਂਗਰਸ ਤਾਂ ਬਹੁਤ ਵੱਡੀ ਪਾਰਟੀ ਆ, ਉੱਤੇ ਬੈਠੇ ਆ। ਸਭ ਤੋਂ ਜੇ ਮੈਂ ਐਡਵਾਈਸ ਨਹੀਂ ਦੇ ਰਿਹਾ, ਪਰ ਮੈਂ ਕਹਿ ਰਿਹਾ ਵੀ ਸੁਧਰਨ ਦਾ ਜੇ ਮੌਕਾ ਹੈਗਾ ਤੇ ਇਸ ਵੇਲੇ ਅਕਾਲੀ ਦਲ ਦੇ ਕੋਲ ਆ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਸ ਕਿਸਮ ਦੇ ਹਾਲਾਤ ਦੇਸ਼ ਦੇ ਵਿੱਚ ਹੈਗੇ ਆ, ਉਹ ਪ੍ਰਾਂਤਾਂ ਦੇ ਵਿੱਚ ਰੀਜਨਲ ਪਾਰਟੀਆਂ ਦਾ ਤਕੜੇ ਹੋਣਾ ਬਹੁਤ ਜ਼ਰੂਰੀ ਆ। ਇਹ ਅਨਫੋਰਚੂਨੇਟ ਆ ਵੀ ਇਹ ਅਕਾਲੀ ਦਲ ਨੇ ਤੇ ਸਰੈਂਡਰ ਹੀ ਕਰ ਦਿੱਤਾ। ਇਹ ਅਕਾਲੀ ਦਲ ਨੇ ਤੇ ਬਿਲਕੁਲ ਜਿਹੜਾ
ਮਤਲਬ ਰਾਜਨੀਤੀ ਜਿਹੜੀ ਪੋਲਿਟਿਕਸ ਸੀ ਉਹਨੂੰ ਬਿਜ਼ਨਸ ਬਣਾ ਲਿਆ। ਉਹਦਾ ਹਾਲ ਵੇਖੋ। ਇਹ ਠੀਕ ਹੈ ਵੀ ਤਿੰਨਾਂ ਰੀਜਨਾਂ ਦੇ ਵਿੱਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੈਗੀ ਆ। ਮਾਲਵੇ 'ਚ ਇੱਕ ਆ ਗਿਆ, ਦੁਆਬੇ 'ਚ ਇੱਕ ਆ ਗਿਆ ਤੇ ਮਾਝੇ 'ਚ ਇੱਕ ਆ ਗਿਆ। ਇਹ ਅਕਾਲੀ ਦਲ ਉਹ ਸੀ ਕਿ ਜਿਹਦਾ ਸਾਰੇ ਪਾਸੇ ਸੂਰ ਚੜਿਆ ਹੁੰਦਾ ਇਸ ਸਮੇਂ ਦੇ ਵਿੱਚ। ਤੋ ਇਸ ਕਰਕੇ ਇਹ ਬਹੁਤਾ ਲੰਮਾ ਖੇਡ ਨਹੀਂ ਹੈਗੀ। ਲੋਕਾਂ ਦੀਆਂ ਐਸਪੀਰੇਸ਼ਨਸ ਬਹੁਤ ਉੱਚੀਆਂ ਹੈਗੀਆਂ। ਲੋਕੀ ਬਹੁਤ ਕਲੀਅਰ ਆ। ਲੋਕਾਂ ਨੂੰ ਅੰਡਰ ਐਸਟੀਮੇਟ ਕਰਨ ਦੀ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ। ਇਹੀ ਚੀਜ਼ਾਂ ਜਿਹੜੀਆਂ ਸਾਨੂੰ ਕਹਿੰਦੀਆਂ ਵੀ ਕਿ ਨਵਾਂ ਰਿਪਬਲਿਕ ਸ਼ੁਰੂ ਹੋ ਰਿਹਾ, ਨਵੀਂ ਰਾਜਨੀਤੀ ਸ਼ੁਰੂ ਹੋਣ ਦੀ ਆਸ ਹੈਗੀ ਆ। ਕਿਸੇ ਨੂੰ ਵੀ ਟੇਕਨ ਫਾਰ ਗ੍ਰਾਂਟਡ ਨਹੀਂ ਲੈਣਾ ਚਾਹੀਦਾ। ਤੋ ਇਸ ਕਰਕੇ ਜੇ ਕਿਸੇ ਨੂੰ ਨਹੀਂ ਲੈ ਸਕਦੇ ਤੇ ਕਿਸਾਨ ਤਾਂ ਸਟਰਗਲ ਕਰ ਰਿਹਾ ਡੇ ਟੂ ਡੇ ਲਾਈਫ ਦੇ, ਤੇ ਨਾਲ ਉਹਨਾਂ ਦਾ ਸੋਸ਼ਲਾਈਜੇਸ਼ਨ ਵੀ ਹੋ ਰਿਹਾ। ਤੇ ਮੇਰਾ ਖਿਆਲ ਹੈ ਵੀ ਇਹ ਜਿਹੜੀਆਂ ਇਲੈਕਸ਼ਨ ਲੜੀ ਜਥੇਬੰਦੀਆਂ ਦਾ ਕੱਚੀ ਪੱਕੀ, ਉਹਨਾਂ ਨੂੰ ਵੀ ਸਬਕ ਹੈਗਾ, ਪੋਲੀਟੀਕਲ ਪਾਰਟੀਆਂ ਨੂੰ ਵੀ ਸਬਕ ਹੈਗਾ, ਤੇ ਜਿਹੜੇ ਕਿਸਾਨ ਉੱਤੇ ਫਿਰ ਸ਼ੁਰੂ ਕਰਨ ਲੱਗੇ ਆ ਉਹਨਾਂ ਲਈ ਤਾਂ ਖੈਰ ਇੱਕ ਹੋਰ ਤਜਰਬਾ ਹੈਗਾ ਵਾ ਜਿੱਥੋਂ ਲੈ ਕੇ ਅੱਗੇ ਚੱਲ ਸਕਦੇ ਆ। ਜੀ ਪ੍ਰੋਫੈਸਰ, ਮੇਰਾ ਆਖਰੀ ਸਵਾਲ ਹੈ ਬਾਕੀ ਸਿਆਸੀ ਧਿਰਾਂ ਤੇ। ਅਕਾਲੀ ਦਲ ਵੀ ਮੰਥਨ ਕਰ ਰਿਹਾ ਹੈ। ਸੁਖਬੀਰ ਬਾਦਲ ਨੇ ਕਹਿੰਦੇ ਅਸਤੀਫੇ ਦੀ ਪੇਸ਼ਕਸ਼ ਕੀਤੀ ਪਰ ਉਹ ਪਾਰਟੀ ਨੇ ਮੰਨਿਆ ਨਹੀਂ। ਮੰਥਨ ਕਰਨਾ ਕਹਿੰਦੇ 2017 ਦੇ ਤੋਂ ਸਬਕ ਨਹੀਂ ਲਿਆ ਗਿਆ। ਤੇ ਉਧਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਆ ਕਿ ਤੁਸੀਂ ਪੰਥ ਨੂੰ ਤੇ ਬਾਦਲਾਂ ਨੂੰ ਵੱਖੋ ਵੱਖਰੀ ਤਰੀਕੇ ਨਾਲ ਦੇਖੋ, ਨਾ ਕਿ ਇਹਨਾਂ ਨੂੰ ਵਿੱਚ ਰਲਾਓ। ਬਾਦਲ ਹੋਰ ਨੇ ਤੇ ਪੰਥ ਹੋਰ ਆ। ਤੇ ਕਾਂਗਰਸ ਦੀ ਵੀ ਮੰਥਨ ਚੱਲ ਰਿਹਾ। ਨਵਜੋਤ ਸਿੰਘ ਦੇ ਅਸਤੀਫੇ ਦੀਆਂ ਚਰਚਾਵਾਂ ਚੱਲ ਰਹੀਆਂ। ਪਹਿਲਾਂ ਕਹਿੰਦੇ ਸੀ ਦੇਤਾ ਅਸਤੀਫਾ, ਪਰ ਨਹੀਂ, ਹਾਲੇ ਤੱਕ ਇਹੋ ਜਿਹਾ ਕੁਝ ਨਹੀਂ। ਜਿਹੜੀ ਉਹਨਾਂ ਦੀ ਕੌਮੀ ਲੀਡਰਸ਼ਿਪ ਹੈ ਉੱਥੇ ਵੀ ਹਲਚਲ ਕਾਫੀ ਤੇਜ਼ ਹੋਈ ਆ ਕਿ ਪ੍ਰਧਾਨ ਕਿਹਨੂੰ ਲਾਉਣਾ ਹੈ ਜਾਂ ਕੌਣ ਅਗਲੀ ਵਾਗਡੋਰ ਸੰਭਾਲੇਗਾ। ਕਈ ਸੋਨੀਆ ਪਰਿਵਾਰ ਦੇ ਪੱਖ ਵਿੱਚ ਨੇ। ਬੀਜੇਪੀ ਕਹਿੰਦੇ ਇਸ ਸਭ ਮੁਹਾਜ਼ ਦੇ ਵਿੱਚ ਕਾਫੀ ਬਾਗੋ ਬਾਗ ਆ। ਬੀਜੇਪੀ ਨੂੰ ਇਸ ਗੱਲ ਦੀ ਉਮੀਦ ਆ, ਜਿਵੇਂ ਹੁਣ ਪ੍ਰਧਾਨ ਮੰਤਰੀ ਸਾਹਿਬ ਨਵੇਂ ਵਰ੍ਹੇ ਦੀ ਮੁਬਾਰਕਬਾਦ ਵੀ ਦਿੱਤੀ, ਤੇ ਉੱਥੋਂ ਇਹ ਕਿਹਾ ਜਾ ਰਿਹਾ ਕਿ ਬੀਜੇਪੀ ਅਗਲੇ ਸਮੇਂ ਤੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਉੱਤੇ ਕਾਬਜ਼ ਹੋਣ ਲਈ ਆਪਣਾ ਮੈਦਾਨ ਤਿਆਰ ਕਰ ਰਹੀ ਆ। ਮੈਂ ਬੀਜੇਪੀ ਤੋਂ ਸ਼ੁਰੂ ਕਰਦਾ। ਬੀਜੇਪੀ ਜਿਹੜੀ ਯੂਪੀ ਦੇ ਵਿੱਚ ਇਲੈਕਸ਼ਨ ਲੜੀ ਆ ਜਾਂ ਉੱਤਰਾਖੰਡ ਦੇ ਵਿੱਚ ਮੁੱਦਿਆਂ ਤੇ ਨਹੀਂ ਲੜੀ। ਮੁੱਦਿਆਂ ਤੇ ਬੀਜੇਪੀ ਲੜਦੀ ਤੇ ਮੇਰੇ ਨਾਲ ਬਹੁਤ ਸਮਝਦਾਰ ਪੱਤਰਕਾਰ ਬੈਠੇ ਸੀ। ਉਹ ਕਹਿੰਦੇ 50 ਸੀਟਾਂ ਤੋਂ ਉੱਤੇ ਨਹੀਂ ਜਾ ਸਕਦੇ। ਉਹਨਾਂ ਨੇ ਹਿੰਦੂ ਮੁਸਲਮਾਨ ਬਣਾਇਆ, ਠੀਕ ਆ। ਉਹਨਾਂ ਨੇ ਜਿਹੜੇ ਲਾਭਾਰਥੀ ਬਣੇ ਉਹਦੇ ਵਿੱਚੋਂ ਉਹਨਾਂ ਨੇ ਜਿਹੜੀ ਕਾਰਪੋਰੇਟ ਬੰਬਿੰਗ ਜਿਹੜੀ ਸੀ ਉਹ ਕੀਤੀ। ਤੇ ਜਿਹੜੇ ਉੱਥੇ ਸਾਹਮਣੇ ਅਖਿਲੇਸ਼ ਯਾਦਵ ਸੀ ਉਹ 3-4 ਮਹੀਨੇ ਪਹਿਲਾਂ ਐਕਟਿਵ ਹੋਏ ਸੀ। 4.5 ਸਾਲ ਉਹ ਵੀ ਸੁੱਤਾ ਰਿਹਾ। ਯੂਪੀ ਦੇ ਵਿੱਚ ਕਿਸੇ ਨੇ ਮਿਹਨਤ ਕੀਤੀ ਆ। ਲੋਕੀ ਕਹਿੰਦੇ ਉੱਥੋਂ ਦੇ ਵੀ ਉਹ ਸਭ ਤੋਂ ਵੱਧ ਪ੍ਰਿਯੰਕਾ ਗਾਂਧੀ ਨੇ ਕੀਤੀ ਆ। ਗਰਾਊਂਡ ਤੇ ਜਾ ਕੇ ਪਿਛਲੇ ਸਾਲ 6 ਮਹੀਨੇ ਤੋਂ ਕੰਮ ਕਰਦੀ। ਹੋ ਸਕਦਾ ਰਿਜ਼ਲਟ ਉਹਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਮਿਲੇ। ਤੋ ਇਸ ਕਰਕੇ ਇਹ ਚੀਜ਼ਾਂ ਇਹ ਪੁਰਾਣੀਆਂ ਹੋ ਗਈਆਂ। ਕਾਂਗਰਸ ਵੀ ਬਹੁਤ ਪੁਰਾਣੀ ਹੋ ਗਈ। ਬਹੁਤ ਵੱਡਾ ਪੁਰਾਣੀ ਜੋ ਚੀਜ਼ ਹੋ ਜੇ ਨਾ ਉਹ 'ਚ ਨਵੀਂ ਚੀਜ਼ ਜਿਹੜੀ ਰੂਹ ਫੂਕਣ ਵਾਲੀ ਗੱਲ ਹੁੰਦੀ ਆ। ਔਰ ਉਹਦੇ ਵਿੱਚ ਉੱਦਾਂ ਦੇ ਬੰਦੇ ਲੋਕ ਇਕੱਠੇ ਹੋ ਗਏ ਜਿਹੜੇ ਕਦੀ G23 ਬਣ ਜਾਂਦੇ ਆ, G25 ਬਣ ਜਾਂਦੇ, ਜਿਹੜੇ ਰਾਜ ਸਭਾ ਦੀ ਮੈਂਬਰਸ਼ਿਪ ਵਾਸਤੇ ਜਿਹੜੀਆਂ ਅੱਖਾਂ ਉਹਨਾਂ ਦੀਆਂ ਲੱਗੀਆਂ ਰਹਿੰਦੀਆਂ ਸੀ। ਆਪ ਕਰਨਾ ਕੁਛ ਨਹੀਂ ਆ। ਨਵਾਂ ਖੂਨ ਆ ਨਹੀਂ ਰਿਹਾ। ਡਿਸੀਜਨ ਮੇਕਿੰਗ ਬਹੁਤ ਡਿਫਿਕਲਟ ਆ। ਹਰ ਚੀਜ਼ ਸੈਂਟਰਲਾਈਜ਼ਡ ਆ। ਮੰਤਰੀ ਕਿੰਨੇ ਬਣਨਾ, ਟਿਕਟ ਕਿਹਨੂੰ ਮਿਲਣੀ ਆ, ਚੇਅਰਮੈਨ ਕਿੰਨੇ ਬਣਨਾ, ਜਿਹੜਾ ਕਾਉਂਸਲਰ ਕਿੰਨੇ ਬਣਨਾ, ਆਪਾਂ ਸਾਰੇ ਵੇਖਦੇ ਹੋ। ਸਾਰਾ ਡਰਾਮਾ ਸਾਰਾ ਸੈਂਟਰਲਾਈਜ਼ ਹੁੰਦੇ ਆ। ਫੋਟੋਆਂ ਪਾਉਂਦੇ ਟਵਿੱਟਰ ਦੇ ਉੱਤੇ, ਕਦੀ ਇੱਕ ਲੀਡਰ ਨਾਲ ਫੋਟੋ ਪਾ ਦਿੰਦੇ, ਟਵਿੱਟਰ ਦੇ ਲੀਡਰ ਦੂਸਰੇ ਲੀਡਰ ਨਾਲ ਪਾ ਦਿੰਦਾ, ਤੀਸਰੇ ਦੇ ਨਾਲ ਸ਼ੇਅਰ ਕਰਦਾ ਵਿਖਾ ਦਿੰਦਾ। ਸੋ ਟਵਿੱਟਰੀ ਬਾਜੀ ਤੇ ਜਿਹੜੀ ਦੂਸਰੀ ਪਾਸੇ ਜਿਆਦਾ ਹੈਗੀ, ਥੱਲੇ ਕੰਮ ਕਰਨ ਵਾਲਾ ਕੰਮ ਘੱਟ ਆ। ਰੰਧਾਵਾ ਸਾਹਿਬ ਠੀਕ ਆ, ਬਾਲ-ਬਾਲ ਬਚ ਗਏ ਆ 400-450 ਵੋਟਾਂ ਦੇ ਨਾਲ। ਮਗਲੇ 2 ਦਿਨ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਜਿਹੜੀ ਆਮ ਤੌਰ ਤੇ ਮਿਹਨਤ ਰਾਸ ਆ ਗਈ ਉਹਨਾਂ ਦੇ, ਨਹੀਂ ਤਾਂ ਉਹ ਵੀ ਤਾਂ ਬਿਲਕੁਲ ਗਏ ਸੀਗੇ। ਤਾਕਤ ਜਿਹੜਾ ਹੰਕਾਰ ਲਿਆਉਂਦੀ ਆ ਨਾ, ਇਹ ਬਰਬਾਉਂਦੀ ਇਹਨਾਂ ਨੂੰ। ਇਹ ਆਪਣੇ ਆਪ ਨੂੰ ਖੁਦਾ ਸਮਝਦੇ ਆ। ਜਿੱਤ ਜਾਣ ਤੇ ਮਤਲਬ ਜਿਹੜੀ ਹੈਗੀ ਕ੍ਰੈਡਿਟ ਲੈਣ ਵਾਸਤੇ ਸਾਰੇ ਤਿਆਰ ਹੋ ਜਾਂਦੇ ਆ। ਹਾਰੇ ਦਾ ਕੋਈ ਪਿਓ ਨਹੀਂ ਬਣਦਾ। ਬਾਕੀ ਇਹ ਵੀ ਕਾਂਗਰਸ ਦੇ ਵਿੱਚ ਕਾਂਗਰਸ ਦਾ ਹਾਰਨਾ ਹੀ ਹਾਰਨਾ ਸੀ, ਜੋ ਮਰਜ਼ੀ ਹੋ ਜਾਂਦਾ। ਚੰਨੀ ਨੂੰ ਲੈ ਆਉਂਦੇ, ਇਹਨੂੰ ਲੈ ਆਉਂਦੇ, ਰਾਹੁਲ ਗਾਂਧੀ ਨੂੰ ਚੀਫ ਮਿਨਿਸਟਰ ਬਣਾ ਦੇ, ਨਾ ਹਾਰਨਾ ਹੀ ਹਾਰਨਾ ਸੀਗਾ। ਕਿਉਂਕਿ ਇਹਨਾਂ ਦੇ ਢਾਂਚੇ ਦੇ ਵਿੱਚ ਉਹ ਖਿਲਾ ਪਿਆ। ਕਿੱਦਾਂ ਦੇ ਇਹਨਾਂ ਦੇ MLA ਸੀ, ਕੀ ਉਹਨਾਂ ਦਾ ਕਿਰਦਾਰ ਸੀ, ਕੀ ਉਹ ਕਰਦੇ ਸੀ, ਕੀ ਨਹੀਂ ਕਰਦੇ, ਲੋਕੀ ਬਹੁਤ ਨੇੜਿਓਂ ਦੇਖ ਰਹੇ ਆ। ਅਕਾਲੀ ਦਲ ਦਾ ਮੈਂ ਇਸ ਕਰਕੇ ਮੈਨੂੰ ਜਿਹੜਾ ਹੈਗਾ ਥੋੜਾ ਤਕਲੀਫ ਹੁੰਦੀ ਹੈ, ਜੇ ਕਿ ਮੈਂ ਅਕਾਲੀ ਦਲ ਨੂੰ 1900 ਮੇਰੇ ਖਿਆਲ ਵੋਟ ਨਹੀਂ ਪਾਈ, 80 ਸ਼ਾਇਦ ਅਖੀਰਲੀ ਵਾਰ ਵੋਟ ਪਾਈ ਹੋਵੇ ਨੂੰ, ਉਹ ਤੋਂ ਬਾਅਦ ਮੈਂ ਵੋਟ ਨਹੀਂ ਪਾਈ। ਕਿਉਂਕਿ ਮੈਂ ਬਾਅਦ ਸਮਝਣ ਡਿਆ ਪਿਆ ਵੀ ਇਹ ਪਾਰਟੀ ਜਿਹੜੀ ਹੈਗੀ ਆ, ਇਹ ਜਿਹੜੀ ਪਾਰਟੀ ਅਕਾਲੀ ਦਲ ਜਿੱਦਾਂ ਦਾ ਹੁੰਦਾ ਸੀ ਸਾਰਿਆਂ ਦਾ, ਉਹ ਨਹੀਂ ਆ, ਇੱਕ ਧਿਰ ਦੀ ਬਣ ਕੇ ਬਹਿ ਗਈ ਆ। ਹੁਣ ਕਰਨਗੇ ਕੀ, ਕਿਹਨੂੰ ਲੈ ਕੇ ਆਉਣਗੇ, ਕਿੱਦਾਂ ਦੇ ਬੰਦੇ। ਉਹਨਾਂ ਦੀ ਜਿਹੜੀ ਕਮੇਟੀ ਦੀ ਮੀਟਿੰਗ ਹੁੰਦੀ ਉੱਥੇ ਵੇਖੋ ਬੰਦੇ ਹੈ ਖੜੇ ਆ। ਜਿੰਨਾ ਚਿਰ ਨਵਾਂ ਖੂਨ ਨਹੀਂ ਆਉਂਦਾ, ਟੈਕਸ ਵੀ ਲੋਕ ਤੁਹਾਡੇ ਕੋਲ ਨਹੀਂ ਆਉਂਦੇ, ਯੂਨੀਵਰਸਿਟੀਆਂ ਕਾਲਜਾਂ ਦੇ ਬੱਚੇ ਜਿਹੜੇ ਤੁਹਾਡੇ ਨਹੀਂ ਜੁਆਇਨ ਕਰਦੇ,
ਇਹ ਫਿਰ ਕਿਸੇ ਵੀ ਪਾਰਟੀ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਇਹ ਜਿਹੜਾ ਉਹਦਾ ਭਲਾ ਨਹੀਂ ਹੋ ਸਕਦਾ। ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਇਹੀ ਡਿਫਰੈਂਸ ਹੈਗਾ। ਇਸ ਵੇਲੇ ਐਡਵਾਂਟੇਜ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦਾ ਹੋ ਰਿਹਾ, ਪਰ ਬੀਜੇਪੀ ਐਡਾ ਵੱਡਾ ਪਰਿਵਾਰ ਹੈ, ਉਹ 'ਚ ਬਹੁਤ ਸਾਰੇ 600-700 ਪਰਿਵਾਰ ਹੀ ਉਹਨਾਂ ਦੇ RSS ਆ ਹੋਰ ਦੂਸਰੇ ਤੀਸਰੇ ਪਾ ਕੇ ਉਹ ਕਿਤੇ ਨਾ ਕਿਤੇ ਹੋਰ ਕਿਤੇ ਨੂੰ ਸਪੇਸ ਮਿਲ ਜਾਂਦੀ ਆ, ਅੱਗੇ ਤੋੜ ਦਿੰਦੇ ਆ। ਤੇ ਇਹ ਜਿਹੜੀਆਂ ਇਸੇ ਕਰਕੇ ਉਹਦੀ ਥੋੜੀ ਬਹੁਤੀ ਆਸ ਬਣੀ ਰਹਿੰਦੀ ਆ, ਲੋਕੀ ਅੱਗੇ ਨਿਕਲ ਜਾਂਦੇ ਆ। ਜਿਹਨੂੰ ਹਟਾਉਣਾ ਉਹਨੂੰ ਹਟਾ ਦਿੰਦੇ ਆ ਤੇ ਜਿਹਨੂੰ ਲਾਉਣਾ ਉਹਨੂੰ ਲਾ ਦਿੰਦੇ ਆ। ਹੈ ਸਿਰਫ ਮੋਦੀ ਸਾਹਿਬ ਯੂਪੀ 'ਚ ਫੇਲ ਹੋਏ ਕਿ ਜਿਹੜਾ ਯੋਗੀ ਆਦਿੱਤਿਆਨਾਥ ਨੂੰ ਆਪਣੇ ਕਹਿ ਮਤਲਬ ਨਹੀਂ ਚਲਾ ਸਕੇ, ਪਰ ਅਲਟੀਮੇਟਲੀ ਯੋਗੀ ਨੇ ਆਪਣੇ ਆਪ ਨੂੰ ਪ੍ਰੂਵ ਕਰਤਾ ਉਹਦੇ ਵਿੱਚੋਂ। ਉੱਤਰਾਖੰਡ ਜਿਹਨਾਂ ਤਿੰਨ ਚੀਫ ਮਿਨਿਸਟਰ ਬਦਲੇ, ਸਾਡੇ ਇੱਥੇ ਚੀਫ ਮਿਨਿਸਟਰ ਬਦਲ ਲੱਗਿਆ, ਤੁਸੀਂ ਵੇਖੋ ਕੀ ਕੁਝ ਕਰਦੀ ਉਹਦੇ ਵਿੱਚੋਂ। ਤੋ ਇਸ ਕਰਕੇ ਕਾਂਗਰਸ ਦਾ ਜਿਹੜਾ ਹੈਗਾ, ਕਿਉਂਕਿ ਰਾਜਨੀਤੀ ਕਦੀ ਵੈਕਿਊਮ 'ਚ ਨਹੀਂ ਹੁੰਦੀ। ਹੁਣ ਲੋਕੀ ਆਪ ਵਾਲੇ ਪਾਸੇ ਵੱਲ ਚੱਲ ਗਏ, ਨਾ ਇੱਥੇ ਧਰਮ ਦੀ ਕੋਈ ਗੱਲ ਕਰਦਾ, ਨਾ ਜਾਤੀ ਦੀ ਗੱਲ ਕਰਦਾ, ਨਾ ਕਿਸੇ ਹੋਰ ਗੱਲ ਕਰਦਾ ਹੈ। ਪੰਜਾਬ ਦੇ ਉੱਤੇ ਕੰਧ ਤੇ ਲਿਖਿਆ ਪਿਛਲੀ ਇਲੈਕਸ਼ਨ ਦੇ ਵਿੱਚ 2017 ਦੇ ਵਿੱਚ ਲਿਖਿਆ ਸੀਗਾ ਕਿ ਹਿੰਦੂ ਬਣ ਜੇ, ਸਿੱਖ ਬਣ ਜੇ, ਸਾਨੂੰ ਬੰਦਾ ਚਾਹੀਦਾ ਵਾ ਕੰਮ ਕਰਨ ਵਾਲਾ। ਜਿਹੜਾ ਜਾਤੀਆਂ ਦੀਆਂ ਗਿਣਤੀਆਂ ਮਿਣਤੀਆਂ ਇਹ ਬਹੁਤ ਪਹਿਲੋਂ ਲੋਕਾਂ ਨੇ ਇੱਥੇ ਛੱਡ ਦਿੱਤੀਆਂ ਸੀਗੀਆਂ। ਹੁਣ ਇੱਕ ਬਣਾਤਾ ਜੀ, ਲੋਕੀ ਕੈਲਕੂਲੇਸ਼ਨ ਕਰਕੇ ਦਲਿਤ ਚੀਫ ਮਿਨਿਸਟਰ ਬਣ ਗਿਆ। ਇੱਦਾਂ ਨਹੀਂ ਹੁੰਦਾ, ਦਲਿਤ ਵੋਟ ਪਾ ਲੂ। ਜੱਟ ਚੀਫ ਮਿਨਿਸਟਰ ਬਣ ਗਿਆ, ਸਾਰੇ ਜੱਟ ਵੋਟ ਥੋੜੀ ਉਹਨੂੰ ਪਾਉਂਦੇ ਆ। ਹਿੰਦੂ ਚੀਫ ਮਿਨਿਸਟਰ ਬਣ ਜੂ, ਹਿੰਦੂ ਥੋੜੀ ਵੋਟ ਪਾਉਂਦੇ ਆ। ਲੋਕੀ ਕਹਿੰਦੇ ਵੀ ਜਿਹੜਾ ਕੰਮ ਕਰਨ ਵਾਲਾ। ਐਡਵਾਂਟੇਜ ਆਮ ਆਦਮੀ ਪਾਰਟੀ ਦਾ ਇਹ ਹੈਗਾ ਵਾ ਕਿ ਇਹਦੇ ਵਿੱਚ ਯੰਗ ਬਲੱਡ ਹੈ, ਇਹਦੇ ਵਿੱਚ ਯੂਨੀਵਰਸਿਟੀਜ਼ ਦੇ ਕਾਲਜਸ ਦੇ ਇਹ ਐਸਪੀਰੇਸ਼ਨਲ ਪੋਲਿਟਿਕਸ ਜਿਹੜੀ ਹੈਗੀ ਨਾ, ਲੋਕੀ ਜਿਹਨੂੰ ਆਸ ਰੱਖਦੇ ਆ। 90 ਸਾਲ ਦੇ ਬਜ਼ੁਰਗ ਜਿਹੜੇ ਉਹ ਕਹਿੰਦੇ ਯਾਰ ਇਹ ਪੰਜਾਬ ਦੇ ਵਿੱਚ ਇਹ ਆਏ ਨਵੇਂ ਕੁਛ ਨਾ ਕੁਛ ਕਰਨਗੇ। ਇਹ ਜਿਹੜੀ ਆਸ ਜਗਾਉਣੀ ਉਹਨਾਂ ਦੇ ਉੱਤੇ, ਇਹ ਬਹੁਤ ਵੱਡੀ ਗੱਲ ਆ। ਔਰ ਇਹੀ ਚੀਜ਼ ਜਿਹੜੀ ਆ ਇਹਨਾਂ ਦੀ ਵੋਟ ਦੇ ਵਿੱਚ ਕਨਵਰਟ ਹੋਈ ਆ। ਆਮ ਆਦਮੀ ਪਾਰਟੀ ਦਾ ਸਭ ਨੂੰ ਪਤਾ ਵੀ ਕੋਈ ਢਾਂਚਾ ਨਹੀਂ ਹੈ, ਸਟਰਕਚਰ ਨਹੀਂ ਹੈ। ਕੋਈ ਵੀ ਪਾਰਟੀ ਜੇ ਲੰਮਾ ਸਮਾਂ ਚਿਰ ਪਾਰਟੀ ਦਾ ਢਾਂਚਾ ਨਹੀਂ ਬਣਾਉਂਦੇ, ਉਹ ਪਾਰਟੀ ਇੱਕ ਚੋਣ ਜਿੱਤ ਜੂਗੀ, 2 ਜਿੱਤ ਜੂਗੀ, 3 ਜਿੱਤ ਜੂਗੀ। ਤਾਕਤ ਦੇ ਵਿੱਚ ਹੋਣਗੇ ਸਾਰੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਜਿੱਤ ਜਾਣਗੇ, ਮਿਊਨਿਸਪਲ ਕਮੇਟੀਆਂ ਜਿੱਤ ਜਾਣਗੇ। ਪਰ ਹੁਣ ਤੁਸੀਂ ਵੇਖਣੀ ਤਾਂ ਇੱਕ ਧੜਾ ਧੜ ਕਾਂਗਰਸੀ ਜਿਹੜੇ ਛੱਡ ਕੇ ਆਮ ਆਦਮੀ ਪਾਰਟੀ ਤੁਰੇ ਜਾਣ ਰਹੇ ਆ। ਪਿੰਡਾਂ ਦੇ ਧੜੇ ਉੱਥੇ ਇੱਕ ਆਪ ਬਣ ਜੂਗਾ ਕਿ ਦੂਸਰਾ ਬਣ ਜੂ। ਮੈਨੂੰ ਹੁਣ ਪਤਾ ਲੱਗਾ ਕਿ ਪਿੰਡਾਂ ਦੇ ਵਿੱਚ ਜੁੱਤੀ ਪਤਾਣ ਸ਼ੁਰੂ ਹੋ ਗਿਆ। ਆਪ ਦੇ 2 ਧੜੇ ਬਣ ਗਏ, ਉਹ ਕਹਿੰਦਾ ਮੈਂ ਸਰਪੰਚ ਬਣਨਾ, ਉਹ ਕਹਿੰਦਾ ਮੈਂ ਸਰਪੰਚ ਬਣਨਾ, ਕਿਉਂਕਿ ਪਾਰਟੀ ਨਹੀਂ ਹੈਗੀ। ਤੋ ਇਸ ਕਰਕੇ ਅਜੇ ਵੀ ਇਸ ਮਾਮਲੇ ਦੇ ਵਿੱਚ ਹਾਂ ਇਹ ਠੀਕ ਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਦੋਂ ਪ੍ਰਕਾਸ਼ ਸਿੰਘ ਬਾਦਲ ਤੋਂ ਸੁਖਬੀਰ ਬਾਦਲ ਵਾਲੇ ਪਾਸੇ ਵੱਲ ਗਈ ਆ, ਡਿਕਲਾਈਨ ਪਾਰਟੀ ਦਾ ਉਦੋਂ ਹੀ ਸ਼ੁਰੂ ਹੋ ਗਿਆ ਸੀ। ਤੋ ਇਸ ਕਰਕੇ ਕਿਹਨੂੰ ਉਹ ਦੇਣਗੇ, ਆਪਣਾ ਅਸਤੀਫਾ ਦੇਣਗੇ। ਆਪ ਹੀ ਪ੍ਰਧਾਨ ਵਾ, ਇੱਕ ਪੈਟਰਨ ਹੈਗੇ ਆ ਆਪਣੇ, ਉਹਨਾਂ ਦੇ MP ਹੈਗੇ ਆ, ਤੇ ਹੁਣ 4-5 MLA ਰਹਿ ਗਏ। ਤੇ ਮੈਨੂੰ ਲੱਗਦਾ ਵੀ ਜਿਹੜਾ ਉਹਨਾਂ ਕੋਲ ਇਸ ਵੇਲੇ ਜਿਹੜਾ ਸਟੱਫ ਹੈਗਾ ਵਾ, ਉਹਨਾਂ ਚੋਂ ਵੇਖਣ ਜਿਹੜਾ ਬੰਦਾ ਯੰਗ ਵੀ ਹੋਵੇ, ਜਿਹੜਾ ਬੰਦਾ ਕਰ ਵੀ ਸਕਦਾ, ਉਹਦੀ ਐਕਸੈਪਟੇਬਿਲਿਟੀ ਹੋਵੇ, ਤੇ ਜਿਹੜਾ ਲੜ ਸਕਦਾ ਹੋਵੇ, ਜਿਹੜਾ ਜਾ ਕੇ ਮੁੱਦਿਆਂ ਨੂੰ ਲੜਨਾ, ਕੋਈ ਕਿਤੇ ਡਾਂਗ ਨਹੀਂ ਮਾਰਨੀ। ਕੰਟੀਨਿਊਸਲੀ ਲੋਕਾਂ 'ਚ ਰਹਿਣਾ ਬਹੁਤ ਜ਼ਰੂਰੀ ਆ। ਤੁਸੀਂ ਵਿਚਰਦੇ ਰਹੋ, ਛੋਟਾ ਜਿਹਾ ਪੰਜਾਬ ਹੈਗਾ, 3-3.5 ਘੰਟੇ ਲੱਗਦੇ ਇੱਕ ਥਾਂ ਤੋਂ ਦੂਸਰੇ ਪਾਸੇ ਜਾਣ ਲਈ। ਹੈ ਸਾਰਾ ਦਿਨ ਘੁੰਮ ਕੇ ਤੁਸੀਂ ਚੰਡੀਗੜ੍ਹ ਵੀ ਰਹਿ ਸਕਦੇ ਆਣ ਕੇ, ਤੁਸੀਂ ਜਿੱਥੇ ਮਰਜ਼ੀ ਰਹਿ ਸਕਦੇ ਜੋ। ਤੋ ਇਸ ਕਰਕੇ ਪਾਰਟੀ ਢਾਂਚਾ ਜਿੰਨਾ ਚਿਰ ਨਹੀਂ ਬਣਦਾ ਉਹਨਾਂ ਚਿਰ ਉਹਨਾਂ ਦੀ ਸਮੱਸਿਆ ਹੈਗੀ ਆ। ਹੁਣ ਇਹ ਜ਼ਰੂਰ ਹੈਗਾ, ਉਹ ਕਹਿਣਗੇ ਜੀ ਅਸਤੀਫਾ ਦਿੱਤਾ ਜੀ, ਪ੍ਰਵਾਨ ਨਹੀਂ ਕੀਤਾ, ਬੱਲੇ ਬੱਲੇ ਹੋ ਗਏ, ਪਰ ਅੰਦਰੋਂ ਡਰ ਵਾ। ਅਕਾਲੀ ਦਲ ਦਾ ਇੱਕ ਐਡਵਾਂਟੇਜ ਇਹ ਆ, ਮੈਂ ਕਿਹਾ ਗੁਣ ਨਹੀਂ ਗਾਉਂਦੇ, ਜਿਹੜਾ ਮੈਂ ਦੱਸਦਾ, ਇਹਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਜਿਸ ਅਕਾਲੀ ਦਲ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਤੇ ਹੋਊਗਾ, ਉਹ ਹੀ ਅਸਲੀ ਅਕਾਲੀ ਦਲ ਹੋਊਗਾ। ਔਰ ਅਕਾਲੀ ਦਲ ਇਹ ਖਾਸ ਕਰਕੇ ਐਡਵਾਂਟੇਜ ਹੈ, ਅੱਜ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਹੁੰਦੀਆਂ ਵਾ ਤੇ ਸ਼੍ਰੋਮਣੀ ਕਮੇਟੀ ਜਿੱਤਣ ਦੀ ਸਮਰੱਥਾ ਇਹਨਾਂ 'ਚ ਬਹੁਤ ਜ਼ਿਆਦੀ ਆ। ਜਿੱਦਣ ਇਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਤੋਂ ਜਿੱਤ ਕੇ ਬਾਹਰ ਆਉਣਗੇ ਤੇ ਇਸ ਪਾਰਟੀ ਦਾ ਸਰੂਪ ਬਦਲਿਆ ਹੋਊਗਾ। ਤੋ ਇਸ ਕਰਕੇ ਇਹ ਸਾਰਿਆਂ ਦੀ ਇੰਟਰੋਸਪੈਕਸ਼ਨ ਦੀ, ਪਰ ਹਾਂ ਸਾਡੇ ਸਾਰਿਆਂ ਵਾਸਤੇ ਜਿਹੜੇ ਅਸੀਂ ਇੱਥੋਂ ਦੇ ਰਹਿਣ ਵਾਲੇ ਵਸਿੰਦੇ ਆ, ਅਸੀਂ ਵੋਟਰ ਜਿਹੜੇ ਹੈਗੇ ਆ, ਜਾਂ ਜਿਹੜੇ ਸਟੇਕ ਹੋਲਡਰ ਹੈਗੇ ਆ, ਸਾਨੂੰ ਇਹ ਕੀ ਕਰਦੇ ਆ, ਕੀ ਨਹੀਂ ਕਰਦੇ, ਕਿੱਦਾਂ ਕੰਮ ਕਰਦੇ ਆ, ਉਹਦੇ ਉੱਤੇ ਰਲ ਮਿਲ ਕੇ ਨਜ਼ਰ ਰੱਖਣੀ ਚਾਹੀਦੀ ਆ। ਤੇ ਜੇ ਉਹ ਠੀਕ ਕੰਮ ਕਰਦੇ ਆ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਵਾ, ਤੇ ਜੇ ਉਹ ਕੋਈ ਕੁਤਾਹੀ ਕਰਦੇ ਆ ਤੇ ਉਹਦੇ ਉੱਤੇ ਇਸ਼ੂ ਜਿਹੜਾ ਰੇਸ ਕਰਦੇ ਰਹਿਣਾ ਚਾਹੀਦਾ। ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਲੋਕਾਂ ਪ੍ਰਤੀ ਜਿਹੜੀ ਆ, ਤਾਂ ਕਿ ਬਣੀ ਰਵੇ ਤੇ ਸਾਡਾ ਸਿਸਟਮ ਜਿਹੜਾ ਹੈਗਾ ਹੋਰ ਵਾਈਬ੍ਰੈਂਟ ਹੋਵੇ, ਸਾਫ਼ ਸੁਥਰਾ ਹੋਵੇ, ਸਫਾਈ ਹੋਵੇ, ਕਰਪਸ਼ਨ ਤੋਂ ਫ੍ਰੀ ਹੋ ਜਾਵੇ, ਆ ਜਿਹੜੀ ਡਰ ਭੈ ਤੋਂ ਮੁਕਤ ਹੋ ਜਾਵੇ, ਚੋਰੀ ਅਚੱਕੀ ਤੋਂ ਮੁਕਤ ਹੋ ਜਾਵੇ, ਲੋਕਾਂ ਨੂੰ ਇੰਪਲਾਇਮੈਂਟ ਮਿਲੇ, ਸੁੱਖ ਸ਼ਾਂਤੀ ਆਵੇ। ਇਹ ਤਾਂ ਸਾਰੇ ਆਪਾਂ ਚਾਹੁੰਦੇ ਹਾਂ। ਇਹੀ ਆਸਾਂ ਮੇਰੇ ਖਿਆਲ ਵੱਡੇ ਤੌਰ ਤੇ ਆਮ ਆਦਮੀ ਪਾਰਟੀ ਕੋਲ ਇਸ ਵੇਲੇ ਲੋਕਾਂ ਦੀਆਂ ਹੈਗੀਆਂ, ਜਿਨ੍ਹਾਂ ਨੇ ਮੈਸਿਵ ਅਨਪ੍ਰੈਸੀਡੈਂਟਡ ਸਿਰਫ ਇੱਕ ਵਾਰੀ 1997 ਦੇ ਵਿੱਚ ਅਕਾਲੀ ਤੇ ਬੀਜੇਪੀ ਅਲਾਇੰਸ ਦੀਆਂ 93 ਸੀਟਾਂ ਸੀਗੀਆਂ, ਜਿਹ 'ਚੋਂ 19 ਸੀਟਾਂ ਜਿਹੜੀਆਂ ਸੀਗੀਆਂ ਉਹ ਬੀਜੇਪੀ ਦੀਆਂ ਸੀ 23 ਦੇ ਵਿੱਚੋਂ। ਉਸ ਸਮੇਂ ਉਹਦਾ ਸਟ੍ਰਾਈਕ ਰੇਟ ਜਿੰਨਾ ਇਸ ਵੇਲੇ ਆਮ ਆਦਮੀ ਪਾਰਟੀ ਦਾ ਸਟ੍ਰਾਈਕ ਰੇਟ ਆ,
ਉਹ ਇਹ ਸੀਗਾ, ਕਿਸੇ ਇਕੱਲੀ ਪਾਰਟੀ ਦਾ ਇੰਨਾ ਜ਼ਿਆਦਾ ਮੈਂਡੇਟ ਜਿਹੜਾ ਸੀਗਾ ਉਹ ਕਦੀ ਹੀ ਨਹੀਂ ਹੋਇਆ। ਈਵਨ ਉਦੋਂ ਜਦੋਂ 1992 ਦੇ ਵਿੱਚ ਉਹ ਇਲੈਕਸ਼ਨਾਂ ਹੋਈਆਂ ਸੀ, ਇਹਦੇ ਵਿੱਚ ਬਹੁਤ ਘੱਟ ਲੋਕਾਂ ਨੇ ਪਾਰਟਿਸਿਪੇਟ ਕੀਤਾ। ਸਰਦਾਰ ਬੇਅੰਤ ਸਿੰਘ ਜਿਹੜੇ ਸੀ ਚੀਫ ਮਿਨਿਸਟਰ ਬਣੇ ਸੀ। ਜੀ ਸ਼ੁਕਰੀਆ ਸਰ, ਧੰਨਵਾਦ ਤੁਹਾਡਾ। ਥੈਂਕ ਯੂ।